ਪਰਿਵਾਰ ਵਿਛੋੜੇ ਤੋਂ ਬਾਅਦ ਜੇ ਦੁਬਾਰਾ ਸਤਿਗੁਰੂ ਮਿਲੇ ਨੇ ਮਾਤਾ ਸਾਹਿਬ ਕੌਰ ਸੁੰਦਰ ਕੌਰ ਨੂੰ, ਤੇ ਇੱਕੋ ਸੱਤ ਹੇਠਾਂ 9 ਦਿਨ ਰਹੇ ਨੇ। ਉਹ ਦੁਨੀਆ ਦੇ ਵਿੱਚ ਬਚੀ ਹੋਈ ਇੱਕੋ ਇੱਕ ਆਖਰੀ ਨਿਸ਼ਾਨੀ ਸਾਡੇ ਕੋਲ ਇਹ ਮਾਈ ਦੇਸਾਂ ਦਾ ਬੁਰਜ ਹੈ। ਇੱਥੇ ਸਤਿਗੁਰਾਂ ਨੇ ਆ ਕੇ ਜਾਨੀ 9 ਦਿਨ ਬਰਾਜੇ। ਅੱਜ ਦੁਨੀਆ ਦੇ ਵਿੱਚ ਇਹ ਇੱਕ ਇਕਲੌਤੀ ਐਸੀ ਜਗ੍ਹਾ ਜਿੱਥੇ ਪਾਤਸ਼ਾਹ 9 ਦਿਨ ਰਹੇ, ਤੇ ਇਹਦੀ ਸੱਤ ਵੀ ਉਸੇ ਤਰ੍ਹਾਂ ਕਾਇਮ ਹੈ, ਇਹਦੀਆਂ ਇਹ ਕੰਧਾਂ ਵੀ ਉਸੇ ਤਰ੍ਹਾਂ ਕਾਇਮ ਹੈ। ਜਿਹੜਾ ਵੀ ਇੱਥੇ ਬਹਿ ਜਾਂਦਾ ਅੱਧਾ ਪੌਣਾ ਘੰਟਾ ਜਾਂ 10 ਮਿੰਟ ਬੰਦੇ ਤੋਂ ਬਾਹਰ ਜਾ ਕੇ ਗੱਲ ਨਹੀਂ ਹੁੰਦੀ ਹੈ, ਮਨ ਭਰ ਆਉਂਦਾ। ਇਹ ਦਸਤਾਰ ਹੈ ਗੁਰੂ ਪਾਤਸ਼ਾਹ ਦੀ ਜਿਹੜੀ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋ। ਇਹ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਸਰੂਪ ਇੱਥੇ ਸੀ, 10ਵੇਂ ਗ੍ਰੰਥ ਹੱਥ ਲਿਖਤ ਇੱਥੇ ਆ, ਹਨਾ। ਹੋਰ ਸਤਿਗੁਰਾਂ ਦੀਆਂ ਬਖਸ਼ੀਆਂ ਪੋਥੀਆਂ ਨਿਸ਼ਾਨੀਆਂ ਇੱਥੇ ਆ। ਪਾਤਸ਼ਾਹ ਨੇ ਦਸਤਾਰ ਨਿਸ਼ਾਨੀ ਵਜੋਂ ਦਿੱਤੀ ਸੀ ਮਾਤਾ ਨੂੰ, ਉਸੇ ਤਰ੍ਹਾਂ ਮਤਲਬ ਇਹ ਖੜਾਵਾਂ ਮਾਤਾ ਸੁੰਦਰ ਕੌਰ ਨੇ ਨਿਸ਼ਾਨੀ ਵਜੋਂ ਦਿੱਤੀਆਂ। ਇਹ ਜੁੱਤਾ ਮਾਤਾ ਸਾਹਿਬ ਕੌਰ ਨੇ ਦਿੱਤਾ ਸੀ। ਇਹ ਮਾਤਾ ਦੇਸਾਂ ਦੇ ਦਲ ਦੀ ਉਹ ਤਵੀ ਆ ਜਿਹਦੇ ਤੇ ਪ੍ਰਸ਼ਾਦਾ ਤਿਆਰ ਕਰਦੇ ਰਹੇ ਮਾਤਾ ਜੀ। 450 ਸਾਲ ਪੁਰਾਣਾ ਇਹ ਬੁਰਜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਵਿੱਤਰ ਗੁਰੂ ਘਰਾਂ ਦੇ ਦਰਸ਼ਨ ਕਰਵਾ ਰਹੇ ਹਾਂ ਤੇ ਅੱਜ ਅਸੀਂ ਪਹੁੰਚੇ ਹਾਂ ਚੱਕ ਫਤਿਹ ਸਿੰਘ ਵਾਲਾ। ਚੱਕ ਫਤਿਹ ਸਿੰਘ ਵਾਲਾ ਮਾਈ ਦੇਸਾ ਜੀ ਦਾ ਪਿੰਡ ਆ। ਮਾਈ ਦੇਸਾ ਜੀ ਗੁਰੂ ਘਰ ਦੇ ਸ਼ਰਧਾਲੂ ਸਨ ਤੇ 10ਵੇਂ ਪਾਤਸ਼ਾਹ ਆਪਣੇ ਮਹਿਲਾਂ ਦੇ ਨਾਲ ਇਸ ਜਗ੍ਹਾ ਪਹੁੰਚਦੇ ਹੈ। ਗੁਰੂ ਸਾਹਿਬ ਮਾਈ ਦੇਸਾ ਜੀ ਦੇ ਕੋਲ ਆਉਂਦੇ ਨੇ ਤੇ 7 ਦਿਨ ਇਸ ਜਗ੍ਹਾ ਦੇ ਉੱਤੇ ਠਹਿਰ ਕਰਦੇ ਨੇ। ਮੇਰੇ ਨਾਲ ਮਾਈ ਦੇਸਾ ਜੀ ਦੀ 10ਵੀਂ ਪੀੜ੍ਹੀ ਬਾਬਾ ਜਸਵੀਰ ਸਿੰਘ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੂੰਗਾ ਸਭ ਤੋਂ ਪਹਿਲਾਂ ਤੁਸੀਂ ਇਤਿਹਾਸ ਜਿਹੜਾ ਸਾਂਝਾ ਕਰ ਦਿਓ ਸੰਗਤਾਂ ਦੇ ਨਾਲ, ਉਸ ਤੋਂ ਬਾਅਦ ਆਪਾਂ ਜਿਹੜੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਉਹ ਵੀ ਦਿਖਾਉਂਦੇ ਹਾਂ। ਹਾਂਜੀ, ਜਿਹੜਾ ਇੱਥੋਂ ਦਾ ਇਤਿਹਾਸ ਆ ਸੰਗਤਾਂ ਨਾਲ ਆਪਾਂ ਸਾਂਝ ਪਾਉਣੇ ਆ ਕਿ ਸਾਡੇ ਜਿਹੜੇ ਵੱਡੇ ਬਜ਼ੁਰਗ ਹੋਏ ਨੇ ਇੱਥੋਂ, ਬਾਬਾ ਆਦਮ ਜੀ ਜਿਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਸੀ, ਉਹਨਾਂ ਨੇ ਸੇਵਾ ਕੀਤੀ ਸੀ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਜਾ ਕੇ। ਪੁੱਤਰ ਦੀ ਪ੍ਰਾਪਤੀ ਹੋਈ, ਭਾਈ ਭਗਤੂ ਉਹਨਾਂ ਦੇ ਘਰ ਪੈਦਾ ਹੋਏ। ਭਾਈ ਭਗਤੂ ਨੇ 4 ਪਾਤਸ਼ਾਹੀਆਂ ਦੀ ਸੇਵਾ ਕੀਤੀ ਆਪਣੀ ਜ਼ਿੰਦਗੀ 'ਚ, ਗੁਰੂ ਰਾਮਦਾਸ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਏ ਸਾਹਿਬ। ਉਸ ਤੋਂ ਬਾਅਦ ਉਹਨਾਂ ਦੇ 2 ਬੇਟਿਆਂ ਨੇ, ਭਾਈ ਗੌਰਾ ਤੇ ਜੀਵਨ, ਉਹਨਾਂ ਨੇ ਗੁਰਸਿੱਖੀ ਨਾਲ ਪਿਆਰ ਬਣਾਈ ਰੱਖਿਆ। ਭਾਈ ਜੀਵਨ ਨੇ ਵੀ 7ਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਆਪਣੇ ਪ੍ਰਾਣ ਦਾਨ ਕਰ ਦਿੱਤੇ ਸੀ ਜਦੋਂ ਇੱਕ ਬ੍ਰਾਹਮਣੀ ਦਾ ਪੁੱਤਰ ਜਿਉਂਦਾ ਕੀਤਾ ਸੀ। ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਜਿਹੜਾ ਇਹਦੇ ਘਰ ਪੈਦਾ ਹੋਊਗਾ ਉਹਦਾ ਨਾਂ ਸੰਤ ਦਾਸ ਰੱਖਿਓ, ਹਜ਼ਾਰਾਂ ਹੀ ਵਧੂਗਾ। ਇਹ ਸੰਤ ਦਾਸ ਨੂੰ ਲੈ ਕੇ ਜਿਹੜਾ ਪੁੱਚੋ ਪਿੰਡ ਆ ਸਾਡੇ ਇੱਥੇ ਭਾਈ ਗੌਰਾ ਰਹਿੰਦੇ ਸੀਗੇ। ਮਾਈ ਵੀਰੋ ਜਿਹੜੀ ਭਾਈ ਭਗਤੂ ਦੀ ਦੂਸਰੀ ਪਤਨੀ ਆ, ਉਹਨੇ ਪਾਲਣਾ ਪੋਸਣਾ ਕੀਤੀ ਸੰਤ ਦਾਸ ਦੀ ਜਦੋਂ ਇਹ ਪੈਦਾ ਹੋਏ, ਤੇ ਬਾਅਦ ਦੇ ਵਿੱਚ ਇਹਦਾ ਨਗਰ ਬੰਨਿਆ ਸੰਤ ਦਾਸ ਦਾ। ਭਾਈ ਗੌਰੇ ਨੂੰ ਕਿਹਾ ਕਿ ਤੇਰੇ ਭਤੀਜੇ ਦਾ ਨਗਰ ਬੰਨਣਾ ਕਿੱਥੇ ਬੰਨੀਏ, ਤਾਂ ਉਹਨੇ ਕਿਹਾ ਮਾਂ ਇਹ ਪੁੱਚੋ ਤੋਂ ਲੈ ਕੇ ਝੰਡੂਕਿਆ ਤੱਕ ਦਾ ਰਕਬਾ ਜਿਹੜਾ ਮੇਰੇ ਭਾਈ ਦਾ, ਤੁਸੀਂ ਜਗ੍ਹਾ ਪਸੰਦ ਕਰੋ ਕਿੱਥੇ ਬੰਨਣਾ ਹੈ। ਮਾਈ ਵੀਰੋ ਨੇ ਸਾਰੇ ਗੇੜਾ ਦਿੱਤਾ ਇਹ ਇਲਾਕੇ ਦਾ ਘੋੜਿਆਂ ਨਾਲ, ਤੇ ਆਹ ਜਗ੍ਹਾ ਜਿੱਥੇ ਆਪਾਂ ਬੈਠੇ ਹਾਂ ਅੱਜ ਖੜੇ ਹਾਂ, ਇਹ ਜਗ੍ਹਾ ਪਸੰਦ ਆਈ। ਮਾਤਾ ਜੀ ਨੇ ਬਚਨ ਕੀਤਾ ਕਿ ਕੋਈ ਭਗਤੀ ਸ਼ਕਤੀ ਵਾਲੀ ਜਗ੍ਹਾ ਜਿੱਥੇ ਜੁਗਾਂ ਜੁਗਾਂ ਤੋਂ ਕੋਈ ਭਗਤੀ ਹੋਈ ਹੈ, ਮੈਨੂੰ ਬੜੀ ਸ਼ਾਂਤੀ ਆ ਰਹੀ ਆ, ਆਪਾਂ ਇੱਥੇ ਪਿੰਡ ਬੰਨੀਏ। ਪਹਿਲਾ ਮਕਾਨ ਇਹ ਬੁਰਜ ਬਣਾਇਆ ਤੇ ਇਹਦਾ ਨਾਮ ਰੱਖਿਆ ਭਾਈ ਕਾ ਚੱਕ, ਭਾਈ ਭਗਤੂ ਦੀ ਯਾਦ 'ਚ। ਇੱਥੇ ਮਾਈ ਵੀਰੋ ਨੇ ਆਪਣੇ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਰਹਿਣਾ ਸ਼ੁਰੂ ਕੀਤਾ। ਅੱਗੇ ਜਿਵੇਂ ਪਿੰਡ ਬੰਧਨ ਵੇਲੇ ਹੋਰ ਬੱਚਿਆਂ ਨੂੰ ਵੀ ਨਾਲ ਸਾਦੇ ਸੰਗਤਾਂ ਨੂੰ, ਹਨਾ, ਤੇ ਉਹ ਸਾਰਿਆਂ ਨੇ ਆ ਕੇ ਇੱਥੇ ਰਹਿਣਾ ਕੀਤਾ। ਤੇ ਸੰਤ ਦਾਸ ਜਦੋਂ ਜਵਾਨ ਹੋਏ, ਇਹਨਾਂ ਦਾ ਵਿਆਹ ਹੋਇਆ। 9ਵੇਂ ਪਾਤਸ਼ਾਹ ਦੇ ਸਿੱਖ ਹੋਏ ਨੇ ਬਾਬਾ ਜੇਠੂ ਸਿੰਘ ਢਿੱਲੋਂ, ਜਿਨ੍ਹਾਂ ਨੇ ਜੇਠੂ ਕੇ ਪਿੰਡ ਬੰਨਿਆ। ਉਹਨਾਂ ਦੀ ਸਪੁੱਤਰੀ ਜਿਹੜੀ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੀ ਹੋਈ ਸੀ, ਬੀਬੀ ਦੇਸਾਂ, ਇਹਦਾ ਰਿਸ਼ਤਾ ਉਹਨਾਂ ਨੇ ਭਾਈ ਭਗਤੂ ਦੇ ਖਾਨਦਾਨ 'ਚ ਭਾਈ ਸੰਤ ਦਾਸ ਨਾਲ ਕੀਤਾ। ਮਾਈ ਦੇਸਾਂ ਇੱਥੇ ਵਿਆਹ ਕੇ ਆਏ ਤਾਂ ਇਸ ਘਰ ਨੂੰ ਭਾਗ ਲੱਗੇ। ਇੱਥੇ ਰਹਿੰਦਿਆਂ ਹੋਇਆਂ ਜਿਵੇਂ ਉਦੋਂ ਦਾ ਰਿਵਾਜ ਸੀ ਕਿ ਵਿਆਹ ਤਕਰੀਬਨ ਬਜ਼ੁਰਗਾਂ ਦੇ 2-2 3-3 ਹੁੰਦੇ। ਦੂਸਰੇ 2 ਵਿਆਹ ਢਿੱਲਵੇਂ ਮੌੜੀ ਹੋਏ ਬਾਬਾ ਜੀ ਦੇ। ਇੱਕ ਮਾਤਾ ਦੇ ਪੇਟੋਂ ਰਾਮ ਸਿੰਘ ਫਤਿਹ ਸਿੰਘ ਪੈਦਾ ਹੋਏ, ਇੱਕ ਮਾਤਾ ਦੇ ਪੇਟੋਂ ਭਗਤ ਸਿੰਘ ਤਖਤ ਸਿੰਘ ਪੈਦਾ ਹੋਏ। ਇਹ ਪੂਰਾ ਭਰਿਆ ਪਰਿਵਾਰ ਇੱਥੇ ਵਸਦਾ ਰਸਦਾ ਸੀ। ਉਹਨਾਂ ਸਮਿਆਂ ਦੇ ਵਿੱਚ ਜਦੋਂ ਅਨੰਦਪੁਰ ਸਾਹਿਬ ਸਤਿਗੁਰੂ ਠਹਿਰੇ ਹੋਏ ਸੀਗੇ, ਸੰਤ ਦਾਸ ਦੇ ਨਾਲ ਮਾਤਾ ਦੇਸਾਂ ਜੀ ਜਾ ਕੇ 2-2 4-4 ਮਹੀਨੇ ਸੇਵਾ ਕਰਦੇ, ਅਨੰਦਪੁਰ ਸਾਹਿਬ ਰਹਿੰਦੇ।
ਦਰਸ਼ਨ ਦਿਦਾਰੇ ਕਰਕੇ ਆਉਂਦੇ। ਫਿਰ ਇੱਕ ਸਮਾਂ ਬਣਿਆ ਜਦੋਂ ਹੌਲੀ ਹੌਲੀ ਕਿ ਸੰਤ ਦਾਸ ਕਿਸੇ ਕਾਰਨ ਚੜ੍ਹਾਈ ਕਰ ਗਏ, ਮੁੜ ਕੇ ਮਾਤਾ ਦਾ ਜਾਣ ਹੋਇਆ ਨਹੀਂ। ਤੇ ਮਾਤਾ ਜੀ ਨੇ ਇੱਕੋ ਅਰਦਾਸ ਕਰਨੀ ਸ਼ੁਰੂ ਕਰਤੀ ਕਿ ਹੇ ਗੁਰੂ ਪਾਤਸ਼ਾਹ, ਮੈਂ ਤਾਂ ਨਹੀਂ ਚੱਲ ਕੇ ਆ ਸਕਦੀ, ਮੈਨੂੰ ਇਹ ਵੀ ਨਹੀਂ ਪਤਾ, ਦੱਸ ਰਹੇ ਆ ਕਿ ਜੰਗਾਂ ਯੁੱਧਾਂ ਦਾ ਸਮਾਂ ਤੁਸੀਂ ਅਨੰਦਪੁਰ ਸਾਹਿਬ ਵੀ ਨਹੀਂ ਰਹੇ। ਮੇਰੀ ਬੇਨਤੀ ਹੈ, ਮੇਰੀ ਅਰਦਾਸ ਹੈ ਕਿ ਤੁਸੀਂ ਮੇਰੇ ਨਿਮਾਣੀ ਦੇ ਘਰ ਚੱਲ ਕੇ ਜ਼ਰੂਰ ਆਓ, ਮੈਨੂੰ ਨਿਮਾਣੀ ਨੂੰ ਮਾਣ ਬਖਸ਼ੋ। ਮੈਂ ਤੁਹਾਡੇ ਦਰਸ਼ਨ ਕੀਤਿਆਂ ਬਿਨਾਂ ਸੰਸਾਰ ਤੋਂ ਰੁਖਸਤ ਨਹੀਂ ਹੋਣਾ ਚਾਹੁੰਦੀ। ਇਹੀ ਰੋਜ਼ਾਨਾ ਬੇਨਤੀ ਕਰਨੀ, ਅਰਦਾਸ ਕਰਨੀ, ਅੰਮ੍ਰਿਤ ਵੇਲਾ ਸਾਂਭਣਾ ਤੇ ਪਾਣੀ ਦਾ ਛਿੱਟਾ ਦੇਣਾ ਉਹ ਰਾਹ ਦੇ ਉੱਤੇ ਕਿ ਇੱਥੋਂ ਦੀ ਮੇਰੇ ਪਾਤਸ਼ਾਹ ਆਉਣਗੇ। ਮਾਤਾ ਜੀ ਦੀ ਸਹੇਲੀ ਇੱਕ ਬੀਬੀ ਅਤੀਸੋ ਇਤਿਹਾਸ ਦੱਸਦਾ ਪਿੰਡ 'ਚੋਂ ਸੀ ਮਾਤਾ, ਜਿਹੜੀ ਆ ਕੇ ਮਾਤਾ ਦੇ ਨਾਲ ਕੰਮ ਧੰਦਾ ਕਰਾਉਂਦੀ ਤੇ ਗੱਲਬਾਤ ਦੱਸਦੀ ਕਿ ਨਗਰ 'ਚ ਅੱਜ ਦੱਸ ਰਹੇ ਆ ਕਿ ਪਾਤਸ਼ਾਹ ਤਾਂ ਆਪਣੇ ਨੇੜੇ ਹੀ ਦਮਦਮਾ ਸਾਹਿਬ ਪਹੁੰਚ ਗਏ ਆ। ਖਿੱਚ ਹੋਰ ਵੱਧ ਜਾਂਦੀ ਆ, ਰੋਜ਼ ਅਰਦਾਸਾਂ ਹੁੰਦੀਆਂ ਤੇ ਇੱਕ ਦਿਨ ਸਮਾਂ ਐਸਾ ਬਣਦਾ ਹੈ ਕਿ ਰਾਮ ਸਿੰਘ, ਫਤਿਹ ਸਿੰਘ, ਚਾਰੇ ਭਰਾ ਇੱਥੋਂ ਸੰਗਤਾਂ ਨੂੰ ਲੈ ਕੇ ਜਾਂਦੇ ਆ। ਦਸਵੇਂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਦੇ ਆ। ਇਹਨਾਂ ਦਾ ਨਾਂ ਉਦੋਂ ਹੁੰਦਾ ਰਾਮਾ, ਫੱਤਾ, ਬਖਤਾ, ਤਖਤਾ। ਸਤਿਗੁਰੂ ਬੜੇ ਖੁਸ਼ ਹੁੰਦੇ ਆ ਕਿ ਭਾਈ ਭਗਤੂ ਦੀ ਅੰਸ਼ 'ਚੋਂ ਗੁਰਮੁਖ ਆਏ ਆ। ਤੇ ਸਤਿਗੁਰੂ ਕਹਿੰਦੇ ਆ, ਸਿੰਘੋ ਖੰਡੇ ਦੀ ਪਹੁਲ ਲਓ, ਸਮਾਂ ਸਾਂਭੋ, ਖਾਲਸਾ ਸਜੋ। ਜਦੋਂ ਇਹ ਬਚਨ ਕਰਦੇ ਆ, ਚਾਰੇ ਭਰਾ ਹਾਮੀ ਭਰਦਿਆਂ, ਨਾਲ ਸੰਗਤਾਂ ਹਾਮੀ ਭਰਦਿਆਂ ਤੇ ਇਹਨਾਂ ਦੇ ਨਾਂ ਬਦਲ ਦਿੱਤੇ ਜਾਂਦੇ ਆ। ਭਾਈ ਰਾਮ ਸਿੰਘ, ਭਾਈ ਫਤਿਹ ਸਿੰਘ, ਭਾਈ ਬਖਤ ਸਿੰਘ, ਤਖਤ ਸਿੰਘ ਨਾਂ ਰੱਖੇ ਜਾਂਦੇ ਆ। ਖੰਡੇ ਦੀ ਉਹਨਾਂ ਦੇ ਨਾਂ ਤੇ ਪਿੰਡ ਆ। ਹਾਂਜੀ, ਖੰਡੇ ਦੀ ਪਹੁਲ ਛਕਾ ਕੇ ਇਹਨਾਂ ਨੂੰ ਤਿਆਰ ਬਰਤਿਆਰ ਸਿੰਘ ਬਣਾਇਆ ਜਾਂਦਾ। ਨਾਲ ਫਿਰ ਸਤਿਗੁਰੂ ਬਚਨ ਕਰਦੇ ਨੇ ਕਿ ਰਾਮ ਸਿੰਘ, ਤੁਸੀਂ ਬੜੇ ਭਾਗਾਂ ਵਾਲਿਓ, ਖੰਡੇ ਦੀ ਪਹੁਲ ਲਈ ਆ, ਤੁਸੀਂ ਦਰਸ਼ਨ ਦਿਦਾਰੇ ਸਾਡੇ ਕਰ ਲਏ ਨੇ, ਸਾਨੂੰ ਕੋਈ ਬਰਾਗਣ ਰੂਹ ਚੇਤੇ ਕਰਦੀ ਆ, ਅਸੀਂ ਤੁਹਾਡੇ ਨਗਰ ਆਉਣਾ, ਚੱਲ ਕੇ ਤਿਆਰੀਆਂ ਕਰੋ। ਤਾਂ ਰਾਮ ਸਿੰਘ ਆ ਕੇ ਨਗਰ 'ਚ ਗੱਲ ਕਰਦੇ ਆ ਤੇ ਸਾਰੇ ਗੁਰਮੁਖ ਪਿਆਰੇ ਪਿੰਡ ਦੇ ਬਾਹਰ-ਬਾਹਰ, ਜਿੱਥੇ ਹੁਣ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਆ, ਉੱਥੇ ਇੱਕ ਕਾਠ ਦਾ ਬੰਗਲਾ ਤਿਆਰ ਕਰਦੇ ਆ ਸਤਿਗੁਰਾਂ ਦੇ ਬੈਠਣ ਲਈ। ਬਹੁਤ ਸੋਹਣਾ ਮਾਹੌਲ ਬਣਾ ਲੈਂਦੇ ਆ ਤੇ ਜਾ ਕੇ ਬੇਨਤੀ ਕਰਦੇ ਆ, ਪਾਤਸ਼ਾਹ ਸਾਡੇ ਵੱਲੋਂ ਤਿਆਰੀ ਹੈ। 1763 ਬਿਕਰਮੀ 1706 ਈਸਵੀ ਦੇ ਵਿੱਚ 18 ਜੇਠ ਵਾਲੇ ਦਿਨ ਸਤਿਗੁਰੂ ਇੱਥੇ ਇਸ ਨਗਰ 'ਚ ਆ ਜਾਂਦੇ ਆ। ਨਾਲ ਹੀ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਤੇ ਹੋਰ ਕਾਫੀ ਸਿੰਘਾਂ ਦਾ ਜਥਾ ਹੁੰਦਾ ਜਿਹੜੇ ਆ ਕੇ ਇੱਥੇ ਵਿਰਾਜਦੇ ਆ। ਇੱਥੇ ਆਉਣ ਦੌਰਾਨ ਪਹਿਲੀ ਰਾਤ ਸਤਿਗੁਰੂ ਉੱਥੇ ਹੀ ਵਿਰਾਜਦੇ ਆ। ਦੂਸਰੇ ਦਿਨ ਫਿਰ ਆ ਕੇ ਮਾਤਾ ਦੇਸਾਂ ਨੂੰ ਮਿਲਦੇ ਆ। ਮਾਤਾ ਦੇਸਾਂ ਜਾਣੀ ਆਪਦੀ ਸਹੇਲੀ ਦੇ ਨਾਲ ਕੋਲੇ ਖੇਸ ਬਾਂਹ ਤੇ ਰੱਖ ਕੇ ਉਡੀਕਦੇ ਆ। ਜਦੋਂ ਬਾਰ 'ਚ ਪਾਤਸ਼ਾਹ ਆ ਜਾਂਦੇ ਆ, ਘੋੜਾ ਹੌਲੀ ਕਰਦੇ ਆ, ਰੋਕਦੇ ਆ ਤਾਂ ਰਾਮ ਸਿੰਘ ਕਹਿੰਦਾ, ਪਾਤਸ਼ਾਹ ਸਾਡਾ ਘਰ ਅੱਗੇ ਅੱਗੇ ਆ ਜਾਓ। ਤਾਂ ਸਤਿਗੁਰੂ ਕਹਿੰਦੇ ਨੇ, ਰਾਮ ਸਿੰਘ ਤੇਰਾ ਭਾਈ ਅੱਗੇ ਹੋਣਾ ਹੈ, ਸਾਡਾ ਘਰ ਤਾਂ ਆ ਗਿਆ। ਇਹ ਕਹਿ ਕੇ ਮਾਤਾ ਦਾ ਬੂਹਾ ਖੋਲ੍ਹਦੇ ਆ। ਮਾਤਾ ਜੀ ਖੜੇ ਹੁੰਦੇ ਆ, ਚਰਨਾਂ ਤੇ ਮੱਥਾ ਟੇਕਦੇ ਆ ਪ੍ਰੇਮ ਦੇ ਨਾਲ। ਤਾਂ ਸਤਿਗੁਰੂ ਜਦੋਂ ਮੋਢਿਆਂ ਤੋਂ ਫੜ ਕੇ ਮਾਤਾ ਨੂੰ ਖੜੀ ਕਰਕੇ ਕਹਿੰਦੇ ਨੇ ਕਿ ਮਾਤਾ ਲਿਆ ਸਾਡੀ ਨਿਸ਼ਾਨੀ ਜਿਹੜੀ ਤੂੰ ਹੀ ਕਰਦੇ ਆ ਬੁਣੀਆਂ। ਉਹ ਖੇਸ ਬਾਂਹ ਤੇ ਰੱਖਿਆ ਹੁੰਦਾ, ਖੋਲ ਕੇ ਆਪਣੇ ਮੋਢਿਆਂ ਤੇ ਲੈ ਲੈਂਦੇ ਆ, ਬਚਨ ਕਰਦੇ ਆ ਸਿਰ ਤੇ ਹੱਥ ਰੱਖ ਕੇ ਕਿ ਦੇਸਾਂ ਮਾਈ ਤੇਰੀ ਸਾਈਂ ਦਰ ਸਮਾਈ, ਅਕਾਲ ਪੁਰਖ ਸਹਾਈ। ਅਸੀਂ ਜੇ ਅੱਜ ਇੱਥੇ ਆਏ ਹਾਂ ਤੇਰੀ ਪ੍ਰੇਮਾ ਭਗਤੀ ਕਰਕੇ, ਤੇਰੇ ਪ੍ਰੇਮ ਸਦਕਾ ਆਏ ਹਾਂ, ਪ੍ਰਸ਼ਾਦਾ ਤੇਰੇ ਕੋਲ ਛਕਾਂਗੇ, ਤਿਆਰੀਆਂ ਕਰੋ, ਅਸੀਂ ਚੌਧਰੀ ਦੇ ਘਰ ਹੋ ਕੇ ਆਏ। ਇਹ ਕਹਿ ਕੇ ਪਾਤਸ਼ਾਹ ਰਾਮ ਸਿੰਘ ਨਾਲ ਅੱਗੇ ਤੁਰ ਪੈਂਦੇ ਆ। ਅੱਗੇ ਅਗਲਾ ਜਿਹੜਾ ਬਾਰ ਹੁੰਦਾ ਗੇਟ ਰਾਮ ਸਿੰਘ ਦਾ ਹੁੰਦਾ, ਫਤਿਹ ਸਿੰਘ ਦਾ, ਉੱਥੇ ਪਾਤਸ਼ਾਹ ਵਿਰਾਜਦੇ ਆ, ਸੰਗਤਾਂ ਨੂੰ ਮਿਲਦੇ ਆ, ਚੁਬਾਰੇ 'ਚ ਵਿਰਾਜਦੇ ਆ। ਫਿਰ ਦੂਸਰੇ ਪਾਸੇ ਬਖਤ ਸਿੰਘ, ਤਖਤ ਸਿੰਘ ਦੇ ਘਰ ਵੀ ਜਾਂਦੇ ਆ। ਆਪਾਂ ਸ਼ਾਰਟ ਗੱਲ ਕਰ ਰਹੇ ਹਾਂ ਸਾਰੀ। ਤੇ ਉਹਨਾਂ ਦੇ ਘਰੋਂ ਵੀ ਮਾਤਾ ਦੇਸਾਂ ਦੇ ਦਰ ਨੂੰ ਜਾਣ ਵਾਲਾ ਦਰਵਾਜ਼ਾ ਬੰਦ ਹੁੰਦਾ ਤੇ ਪਾਤਸ਼ਾਹ ਲੱਤ ਦੇ ਜੋਲ ਨਾਲ ਉਹ ਦਰਵਾਜ਼ਾ ਤੋੜ ਕੇ ਇੱਟਾਂ ਵਿੱਚੋਂ ਕੱਢ ਦਿੰਦੇ ਆ ਤੇ ਆਪ ਜਾ ਕੇ ਫਿਰ ਮਾਤਾ ਦੇ ਘਰ ਵਿਰਾਜਦੇ ਆ। ਸਾਰੀਆਂ ਸੰਗਤਾਂ ਪਿੱਛੇ ਜਿਹੜਾ ਦਰਵਾਜ਼ਾ ਪਿਆ ਉਹੀ ਹੈ ਇਹ ਦਰਵਾਜ਼ਾ ਜਾਂ? ਇਹ ਦਰਵਾਜ਼ਾ ਉਹ ਆ ਜਿਹੜਾ ਆਪਾਂ ਦਰਸ਼ਨ ਕਰਾਵਾਂਗੇ, ਜਿਹੜਾ ਲੱਗਿਆ ਹੋਇਆ ਸੀ ਮਾਤਾ ਦੇ ਘਰ ਨੂੰ। ਇਹ ਉਹ ਦਰਵਾਜ਼ਾ ਦਿਖਾ ਦਿਓ ਇੱਕ ਵਾਰ, ਮੈਂ ਚਾਹੂੰਗਾ ਸੁਮਿਤ ਅੱਗੇ ਆ ਕੇ। ਇਹ ਦਰਵਾਜ਼ਾ ਜਿਹੜਾ ਉਸ ਸਮੇਂ ਮਾਈ ਦੇਸਾ ਦੇ ਘਰ ਲੱਗਿਆ ਹੋਇਆ, ਘਰ ਨੂੰ ਲੱਗਿਆ ਹੋਇਆ ਸੀ। ਹਾਂਜੀ, ਇੱਥੇ ਰਹਿ ਕੇ ਫਿਰ ਮਹਾਰਾਜ ਪ੍ਰਸ਼ਾਦ ਛਕ ਕੇ ਸੰਗਤਾਂ ਨੂੰ ਨਿਹਾਲ ਕਰਦੇ ਆ। ਸੰਗਤਾਂ ਨੂੰ ਸਾਰੀ ਵਿਧੀ ਦਿੰਦੇ ਨੇ ਕਿ ਇੱਥੇ ਆਉਣ ਦਾ ਸਾਡਾ ਕਾਰਨ ਹੈ ਇਹ ਮਾਤਾ ਦਾ ਪ੍ਰੇਮ ਪਿਆਰ ਤੇ ਇਹਦੀ ਸਾਈਂ ਦਰ ਸਮਾਈ ਹੈ। ਤੁਸੀਂ ਵੀ ਜਿਹੜੇ ਇਹਦੀ ਕਦਰ ਕਰੋਗੇ ਚੰਗਾ ਫਲ ਪਾਲੋਗੇ। ਜਿਹਦੇ ਮਨ ਦਾ ਬਣਾਇਆ ਫੁਰਨਾ ਸਾਡੇ ਤੱਕ ਪਹੁੰਚਦਾ, ਉਹ ਕਾਲ ਪੁਰਖ ਤੱਕ ਵੀ ਪਹੁੰਚਦਾ। ਜਿਹੜਾ ਵੀ ਪਹੁੰਚੇ ਹੋਏ ਇਹ ਜੇ ਸੱਜਣਾ ਦਾ ਰੂਹਾਂ ਦਾ ਮਾਣ ਕਰਦਾ ਹੈ, ਉਹ ਵੀ ਮਾਣ ਪਾਉਂਦਾ। ਫਿਰ ਸਾਰੇ ਉੱਠ ਕੇ ਚੱਲਣੀ ਲੱਗਦੇ ਆ, ਸਤਿਗੁਰਾਂ ਤੋਂ ਮਾਫੀ ਮੰਗਦੇ ਆ ਕਿ ਸਾਥੋਂ ਵਿਹਾਰ ਅਸੀਂ ਸਹੀ ਨਹੀਂ ਕਰਦੇ ਰਹੇ, ਅੱਗੇ ਤੋਂ ਅਸੀਂ ਸਹੀ ਵਿਹਾਰ ਕਰਾਂਗੇ। ਹਾਂਜੀ ਹਾਂਜੀ। ਤੇ ਜਿਹੜੀਆਂ ਨਿਸ਼ਾਨੀਆਂ ਮੈਂ ਚਾਹੂੰਗਾ ਇਹ ਕੀ ਪਿਆ ਹੋਇਆ ਦਿਖਾ ਦਿਓ ਇੱਕ ਵਾਰ। ਇਹ ਮਾਤਾ ਦੇਸਾਂ ਦੇ ਦਰ ਦੀ ਉਹ ਤਵੀ ਆ ਜਿਹਦੇ ਤੇ ਪ੍ਰਸ਼ਾਦਾ ਤਿਆਰ ਕਰਦੇ ਰਹੇ ਮਾਤਾ ਜੀ। ਇਹ ਦੇਖੋ ਇੱਕ ਪ੍ਰੇਮੀ ਦਾ ਮਨ ਹੁੰਦਾ। ਸਤਿਗੁਰਾਂ ਦੇ ਜਾਣ ਤੋਂ ਬਾਅਦ ਮਾਤਾ ਨੇ ਇੱਕ ਵੀ ਚੀਜ਼ ਆਪਦੇ ਪਰਿਵਾਰ ਲਈ ਦੁਬਾਰਾ ਨਹੀਂ ਵਰਤੀ। ਇਹਨੂੰ ਉਵੇਂ ਸਾਂਭ ਕੇ ਰੱਖਿਆ ਕਿ ਸਤਿਗੁਰਾਂ ਲਈ ਪ੍ਰਸ਼ਾਦੇ ਤਿਆਰ ਕੀਤੇ ਨੇ ਤੇ ਤਵੀ ਵੀ ਮੈਂ ਆਪ ਨਹੀਂ ਵਰਤਣੀ। ਤੇ ਉਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਸਾਂਭਦੇ ਆ ਰਹੇ ਆ। ਹੁਣ ਸਾਡੀ 10ਵੀਂ ਪੀੜ੍ਹੀ ਆ ਉਦੋਂ ਤੋਂ ਲੈ ਕੇ, ਤੇ ਇਹ ਨਿਸ਼ਾਨੀਆਂ ਉਸੇ ਰੂਪ 'ਚ ਹੀ ਸਾਂਭੀਆਂ। ਜੰਗਾਲ ਨਹੀਂ ਲੱਗੀ ਤਵੀ ਨੂੰ? ਇਸੇ ਰੂਪ 'ਚ ਹੀ ਆ, ਬਸ ਇਹਦੇ ਤੇ ਘਿਓ ਲਾ ਦੇਈਦਾ। ਕੁਝ ਸਮੇਂ ਬਾਅਦ ਸਾਨੂੰ ਦੱਸਿਆ ਸੀ ਕੁਝ ਮਾਹਰ ਲੋਕਾਂ ਨੇ
ਕਿ ਦੇਸੀ ਘਿਓ ਲਾ ਦਿੱਤਾ ਜਾਵੇ ਦੋਨੋਂ ਪਾਸੇ ਤੇ ਠੀਕ ਰਹਿੰਦਾ। ਹੁਣ ਕਾਫੀ ਮਤਲਬ ਉਹ ਟਾਈਮ ਹੋਇਆ ਪਿਆ ਲਾਉਣ ਵਾਲਾ, ਜਦੋਂ ਲਾ ਦਿਆਂਗੇ ਫਿਰ ਇਸੇ ਤਰ੍ਹਾਂ ਹੀ ਰਹਿਣਾ ਇਹਨੇ। ਜੀ ਤਾਂ ਇਹ ਇੱਧਰ ਪਾਤਸ਼ਾਹ ਦਾ ਕਸਹਿਰਾ ਜੀ, ਅੱਗੇ ਤੁਸੀਂ ਦਰਸ਼ਨ ਕਰਾ ਸਕਦੇ ਹੋ ਸੰਗਤ ਨੂੰ। ਜੀ ਹਾਂਜੀ ਮੈਂ ਚਾਹੂੰਗਾ ਤਸਵੀਰਾਂ ਜਿਹੜੀਆਂ ਦਿਖਾ ਦਿੱਤੀਆਂ ਜਾਣ, ਗੁਰੂ ਸਾਹਿਬ ਦਾ ਕਸ਼ਹਿਰਾ ਸਾਹਿਬ ਆ ਇਹ, ਤੇ ਇਸ ਸਾਈਡ ਇਹ ਪੀੜਾ ਸਾਹਿਬ ਪਿਆ ਹੋਇਆ। ਇਹ ਪੀੜਾ ਜਿਹੜਾ ਮਾਤਾ ਦੇਸਾਂ ਦੇ ਘਰ ਦਾ, ਜਿਹਦੇ ਮਾਤਾ ਸਾਹਿਬ ਕੌਰ ਸੁੰਦਰ ਕੌਰ ਦੀ ਚਰਨ ਸੋ ਪ੍ਰਾਪਤ ਆ। ਹਾਂਜੀ ਉਹ ਪੀੜਾ ਉਸ ਟਾਈਮ ਦਾ ਉਵੇਂ ਪੀੜਾ ਉਦੋਂ ਸਪੈਸ਼ਲ ਬਣਾਇਆ ਗਿਆ ਸੀ। ਨਹੀਂ, ਇਹ ਜਿਵੇਂ ਘਰਾਂ ਚ ਅੱਗੇ ਹੁੰਦੇ ਬਜ਼ੁਰਗ ਪੁਰਾਣੇ ਆਉਂਦੇ, ਉਹ ਵੀ ਦੱਸਦੇ ਆ ਕਿ ਘਰਾਂ ਚ ਅੱਗੇ ਕੁਰਸੀ ਨੁਮਾ ਪੀੜੇ ਆਮ ਹੁੰਦੇ ਸੀ। ਤੇ ਉਵੇਂ ਜਿਵੇਂ ਬਸ ਜਿਵੇਂ ਸੀ ਤਾਂ ਨਾਰਮਲੀ ਪੀੜਾ ਜਿਵੇਂ ਘਰ ਹੁੰਦਾ ਆਪਣੇ, ਪਰ ਜਦੋਂ ਮਾਤਾ ਜੀ ਦੀ ਸ਼ੋਅ ਹੋ ਗਈ ਤਾਂ ਮਾਤਾ ਦਾ ਭਾਵ ਇਹ ਸੀ ਕਿ ਹੁਣ ਇਹਦੇ ਤੇ ਹੋਰ ਨਹੀਂ ਕੋਈ ਬੈਠੂਗਾ। ਇਹਨੂੰ ਸਾਡੇ ਮਾਤਾ ਜੀ, ਮਾਤਾ ਸਾਹਿਬ ਕੌਰ ਨੇ ਵਰਤਿਆ, ਮਾਤਾ ਸੁੰਦਰ ਕੌਰ ਨੇ ਵਰਤਿਆ, ਤੇ ਇਹਨੂੰ ਫਿਰ ਉੱਚੇ ਥਾਂ ਟੰਗਿਆ ਹੁੰਦਾ ਸੀ। ਉਹ ਬੁਰਜ ਦੇ ਵਿੱਚ ਨਾ 2 ਕਿੱਲੀਆਂ ਕੱਢ ਕੇ ਉੱਪਰ ਟੰਗਿਆ ਹੁੰਦਾ, ਸਾਡੀ ਸੁਰਤ ਤੱਕ ਵੀ। ਹਾਂਜੀ ਕੋਈ ਹੋਰ। ਹਾਂਜੀ ਤੇ ਇੱਧਰ ਗੁਰੂ ਸਾਹਿਬ ਦੀ ਦਸਤਾਰ ਹੈ। ਇਹ ਦਸਤਾਰ ਹੈ ਗੁਰੂ ਪਾਤਸ਼ਾਹ ਦੀ, ਜਿਹੜੀ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋ। ਜਦੋਂ ਪਾਤਸ਼ਾਹ 9 ਦਿਨ ਰਹਿ ਕੇ ਜਾਣ ਦੀ ਤਿਆਰੀ ਕਰ ਰਹੇ ਸੀਗੇ, ਉਸ ਟਾਈਮ ਮਾਤਾ ਨੇ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਹੁਣ ਦੁਬਾਰਾ ਕਦੋਂ ਦਰਸ਼ਨ ਦਿਦਾਰੇ ਹੋਣਗੇ। ਤਾਂ ਸਤਿਗੁਰਾਂ ਨੇ ਕਿਹਾ ਸੀ ਕਿ ਮਾਂ ਹੁਣ ਸਰੀਰਕ ਰੂਪ 'ਚ ਦਰਸ਼ਨ ਦਿਦਾਰੇ ਨਹੀਂ ਹੋਣਗੇ, ਤੁਸੀਂ ਆ ਸਾਡੀ ਦਸਤਾਰ ਲਓ। ਜਦੋਂ ਇਹ ਦਸਤਾਰ ਦੇ ਸਾਹਮਣੇ ਬੈਠ ਕੇ ਬਾਣੀ ਪੜ੍ਹੋਗੇ, ਨਿਤਨੇਮ ਕਰੋਗੇ, ਆਪਣੇ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰੋਗੇ, ਤੁਹਾਨੂੰ ਸਾਡੇ ਹੀ ਦਰਸ਼ਨ ਹੋਣਗੇ। ਸਵਾਸਾਂ ਨੂੰ ਮਹਿਸੂਸ ਕਰਨ ਵਾਲੀ ਗੱਲ ਤੇ ਪਾਤਸ਼ਾਹ ਨੇ ਕਿਹਾ ਸੀ ਕਿ ਗੁਰੂ ਨਾਨਕ ਦੇ ਘਰ ਦੀ ਬਹੁਤ ਪਾਵਰਫੁਲ ਵਿਧੀ ਹੈ ਕਿ ਪੂਰੀ ਕਾਇਨਾਤ ਦਾ ਜਿਹੜਾ ਗੁਰੂ ਹੈ ਉਹ ਪਵਨ ਹੈ। ਇਹ ਪਵਨ ਗੁਰੂ ਹਰ ਇੱਕ ਇਨਸਾਨ ਦੇ ਨਾਲ ਹੈ। ਇਹੀ 4 ਉਦਾਸੀਆਂ ਦੌਰਾਨ ਸਤਿਗੁਰਾਂ ਨੇ ਪੂਰੀ ਕਾਇਨਾਤ 'ਚ ਵਰਤਾਈ ਗੱਲ ਕਿ ਜਿਹੜਾ ਬੰਦਾ ਵੀ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ, ਉਹਨੂੰ ਬਾਹਰ ਭੱਜਣ ਦੀ ਲੋੜ ਨਹੀਂ, ਉਹਨੂੰ ਆਪਣੇ ਅੰਦਰ ਜਾਣ ਦੀ ਲੋੜ ਹੈ। ਉਹ ਸੁਚੇਤ ਹੋ ਕੇ ਬੈਠ ਕੇ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰੇ। ਜਿਵੇਂ ਜਿਵੇਂ ਪਵਨ ਗੁਰੂ ਨੂੰ ਮਹਿਸੂਸ ਕਰੂਗਾ ਤੇ ਅੰਦਰ ਜਿਹੜਾ ਸ਼ਬਦ ਵਿਆਪ ਰਿਹਾ, ਜਿਹੜਾ ਸਰਬ ਵਿਆਪਕ ਸ਼ਬਦ ਆ, ਜਿਹੜਾ ਆਦਿ ਤੋਂ ਸੱਚ ਆ, ਉਹਦਾ ਸ਼ਬਦ ਗੁਰੂ ਨਾਲ ਮਿਲਾਪ ਹੋ ਜਾਊਗਾ। ਜਿਹਦਾ ਹੀ ਸ਼ਬਦ ਗੁਰੂ ਦੇ ਨਾਲ ਜਿਵੇਂ ਜਿਵੇਂ ਮਿਲਾਪ ਵੱਧਦਾ, ਉਵੇਂ ਉਵੇਂ ਉਹਨੂੰ ਮਹਿਸੂਸ ਵੀ ਹੁੰਦਾ, ਉਹਦੀ ਚੇਤਨਾ ਉੱਪਰ ਉੱਠਦੀ ਹੈ, ਕੰਨਾਂ ਤੋਂ ਉਹਨੂੰ ਨਾਦ ਸੁਣਨਾ ਮਹਿਸੂਸ ਹੁੰਦਾ। ਇਹ ਫਿਰ ਇੱਕ ਕਿਰਿਆ ਜਿਹੜੀ ਚੱਲਦੀ ਹੈ, ਜਿਹੜੀ ਕਿ ਸੁਣਿਆ ਵਾਲੀ ਪੌੜੀ ਦੇ ਵਿੱਚ ਅਸੀਂ ਸੁਣ ਸਕਦੇ ਹਾਂ ਕਿ ਸੁਣਿਆ ਦੁੱਖ ਪਾਪ ਕਾ ਨਾਸ। ਇਹ ਬਾਣੀ ਨੂੰ ਸੁਣਿਆ, ਜਿਹੜੀ ਧੁਰਕੀ ਬਾਣੀ ਹੈ, ਸਾਡੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ। ਇਹ ਵਿਧੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਇਵੇਂ ਜਿਵੇਂ ਇਹ ਮਾਤਾ ਜੀ ਮਤਲਬ ਜਿਵੇਂ ਆਪ ਸਾਧਨਾ ਕਰਦੇ ਰਹੇ, ਬਚਪਨ ਤੋਂ ਅਸੀਂ ਇਸ ਪਾਸੇ ਲੱਗੇ ਹੋਏ ਹਾਂ। ਬਹੁਤ ਸਮਾਂ ਸਾਨੂੰ ਨਹੀਂ ਪਤਾ ਸੀ, ਗੱਲ ਸੁਣ ਕੇ ਹਟ ਜਾਂਦੇ ਸੀ ਵੀ ਸ਼ਾਇਦ ਕੋਈ ਉਹੀ ਗੱਲ ਹੋਣੀ ਆ। ਪਰ ਜਦੋਂ ਖਿੱਚ ਵਧੀ ਤੇ ਹੌਲੀ ਹੌਲੀ ਅਰਦਾਸਾਂ ਕਰਦੇ ਕਰਦੇ ਵਿਧੀ ਸਮਝ ਆਈ, ਤੇ ਜਦੋਂ ਕਰਨਾ ਸ਼ੁਰੂ ਕੀਤਾ ਤਾਂ ਉਹ ਘਟਨਾਵਾਂ ਘਟਣੀਆਂ ਸ਼ੁਰੂ ਹੋਈਆਂ। ਇਹ ਅਸੀਂ ਸੰਗਤ ਨੂੰ ਵੀ ਬੇਨਤੀ ਕਰਾਂਗੇ ਕਿ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਹੈ ਉਹ ਨਾਦ ਦਾ ਸਿਧਾਂਤ ਹੈ ਕਿ ਇੱਕ ਓਂਕਾਰ ਸਤਨਾਮ ਦੀ ਕਾਇਨਾਤ ਆ ਸਾਰੀ। ਓਂਕਾਰ ਦੀ ਧੁਨੀ ਆ ਜਿਹੜੀ, ਉਹੀ ਸਰਬ ਵਿਆਪਕ ਆ, ਉਹਨੂੰ ਅਸੀਂ ਸੁਣਨਾ ਹੈ ਤੇ ਉਹਨੂੰ ਸੁਣਦਿਆਂ ਹੀ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ। ਤੇ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਜਿਹੜਾ ਕੋਈ ਚੱਲ ਕੇ ਇੱਥੇ ਦਰਸ਼ਨ ਕਰਨ ਆਉਂਦਾ, ਉਹ ਇੰਨਾ ਕੁ ਟਾਈਮ ਕੱਢ ਕੇ ਆਵੇ ਕਿ ਜਿੱਥੇ ਸਤਿਗੁਰੂ ਬੈਠੇ ਸੀਗੇ 9 ਦਿਨ ਰਹੇ ਆ, ਉਹ ਬੁਰਜ ਦੇ ਵਿੱਚ ਉਹ 10-20 ਮਿੰਟ ਬਹਿ ਸਕੇ। ਉਹ ਬਹਿ ਕੇ ਅਨੁਭਵ ਕਰੇ ਕਿ ਇੱਥੋਂ ਦੇ ਆਕਾਸ਼ੀ ਰਿਕਾਰਡ 'ਚ ਕਿਵੇਂ ਉਹ ਸਾਰੀਆਂ ਗੱਲਾਂ ਪਈਆਂ। ਉਹ ਬੁਰਜ ਅੱਜ ਵੀ ਉਵੇਂ ਹੀ ਅੱਜ ਵੀ ਉਸੇ ਰੂਪ ਦੇ ਵਿੱਚ ਸਹੀ ਸਲਾਮਤ। ਇਹ ਵੀ ਸਾਡੇ ਲਈ ਇੱਕ ਭਾਗਾਂ ਵਾਲੀ ਗੱਲ ਹੈ ਕਿ ਪਰਿਵਾਰ ਵਿਛੋੜੇ ਤੋਂ ਬਾਅਦ ਜੇ ਦੁਬਾਰਾ ਸਤਿਗੁਰੂ ਮਿਲੇ ਨੇ ਮਾਤਾ ਸਾਹਿਬ ਕੌਰ ਸੁੰਦਰ ਕੌਰ ਨੂੰ, ਤੇ ਇੱਕੋ ਸੱਤ ਹੇਠਾਂ 9 ਦਿਨ ਰਹੇ ਨੇ। ਉਹ ਦੁਨੀਆ ਦੇ ਵਿੱਚ ਬਚੀ ਹੋਈ ਇੱਕੋ ਇੱਕ ਆਖਰੀ ਨਿਸ਼ਾਨੀ ਸਾਡੇ ਕੋਲ ਇਹ ਮਾਈ ਦੇਸਾਂ ਦਾ ਬੁਰਜ ਹੈ, ਜਾਂ ਕਹਿ ਲਓ ਮਾਤਾ ਦੇਸਾਂ ਦਾ ਘਰ ਹੈ, ਜਿਹੜਾ ਅੱਜ ਵੀ ਸਹੀ ਸਲਾਮਤ ਹੈ, ਜਿਨ੍ਹਾਂ ਨੂੰ ਸਾਡਾ ਪਰਿਵਾਰ 10 ਪੀੜ੍ਹੀਆਂ ਤੋਂ ਸਾਂਭਦਾ ਆ ਰਿਹਾ, ਉਹਦੀ ਸੇਵਾ ਸੰਭਾਲ ਕਰ ਰਹੇ ਆ। ਫਿਰ ਘਰ ਹੋਰ ਥਾਂ ਤੇ ਬਣਾ ਲਿਆ ਸੀਗਾ। ਸਾਡੇ ਪਰਿਵਾਰਾਂ ਨੇ ਬਹੁਤ ਸਮੇਂ ਤੋਂ ਜਾਣੀ ਘਰ ਅਲੱਗ-ਅਲੱਗ ਬਣਾ ਲਏ ਸੀਗੇ, ਤੇ ਪਰ ਇਹ ਬੁਰਜ ਨੂੰ ਉਸੇ ਤਰ੍ਹਾਂ ਇੱਕ ਮੱਥਾ ਟੇਕਣ ਲਈ ਰੱਖਿਆ ਹੋਇਆ ਸੀ ਕਿ ਸਾਰੀਆਂ ਸੰਗਤਾਂ ਇੱਥੇ, ਜਿਹੜੇ ਸਾਡੇ ਪਰਿਵਾਰ ਜਾਂ ਪਿਆਰ ਵਾਲੇ ਗੁਰਸਿੱਖ ਆ ਕੇ ਇੱਥੇ ਪਾਠ ਕਰਕੇ ਜਾਂਦੇ, ਮੱਥਾ ਟੇਕਦੇ ਹਨਾ। ਕਿਉਂਕਿ ਸ਼ੁਰੂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਸਰੂਪ ਇੱਥੇ ਸੀ, 10ਵੇਂ ਗ੍ਰੰਥ ਹੱਥ ਲਿਖਤ ਇੱਥੇ ਆ ਹਨਾ, ਹੋਰ ਸਤਿਗੁਰਾਂ ਦੀਆਂ ਬਖਸ਼ੀਆਂ ਪੋਥੀਆਂ ਨਿਸ਼ਾਨੀਆਂ ਇੱਥੇ ਆ, ਤੇ ਇਹਦਾ ਮਾਣ ਸੀਗਾ। ਪਰ ਜਦੋਂ ਤੋਂ ਇਹ ਸੰਗਤ ਦੇ ਸਾਹਮਣੇ ਆਇਆ ਕਿ ਅਜੀਤ ਅਖਬਾਰ ਦੇ ਹੁੰਦੇ ਸੀ ਨਰਿੰਜਨ ਸਿੰਘ ਸਾਥੀ, ਉਹਨਾਂ ਨੇ ਧਰਮ ਤੇ ਵਿਰਸੇ 'ਚ ਕਿਸ਼ਤਾਂ ਲਿਖੀਆਂ ਸੀ 7-8, ਉਹਨੂੰ ਪੜ੍ਹ ਕੇ ਦੁਨੀਆ ਆਉਣੀ ਸ਼ੁਰੂ ਹੋਈ। ਸਭ ਤੋਂ ਜ਼ਿਆਦਾ ਪਤਾ ਲੱਗਿਆ ਜਦੋਂ ਡਾਕਟਰ ਮਨਮੋਹਨ ਸਿੰਘ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹੈ, ਉਹ ਭਾਈ ਵੀਰ ਸਿੰਘ ਸਹਿਜ ਸਦਨ ਦੇ ਚੇਅਰਮੈਨ ਹੈ। ਭਾਈ ਵੀਰ ਸਿੰਘ ਸਹਿਜ ਸਦਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖ ਕੌਮ ਦੀਆਂ ਨਿਸ਼ਾਨੀਆਂ ਕਿੱਥੇ ਕਿੱਥੇ ਪਈਆਂ, ਉਹ ਸਾਰੀਆਂ ਨਿਸ਼ਾਨੀਆਂ ਦੀ ਇੱਕ ਲਿਸਟ ਤਿਆਰ ਕੀਤੀ ਸੀ। ਸਾਰੇ ਥਾਵਾਂ ਤੇ ਖੁਦ ਜਾ ਕੇ ਉਹਨਾਂ ਨੇ ਪੜਤਾਲ ਕੀਤੀ। ਉਹ ਸਾਰੀ ਟੀਮ ਇੱਥੇ ਆਈ ਸੀ। ਜਦੋਂ ਟੀਮ ਇੱਥੇ ਆਈ ਸੀ, ਦਰਸ਼ਨ ਦਿਦਾਰੇ ਕਰਕੇ ਬੜੇ ਖੁਸ਼ ਹੋਏ ਸੀ, ਤੇ ਨਾਲ ਸਾਨੂੰ ਕਹਿ ਕੇ ਗਏ ਸੀ ਕਿ ਤੁਹਾਡੇ ਕੋਲ ਜਿਹੜਾ ਇਹ ਬੁਰਜ ਹੈ, ਇਹ ਬੇਸਕੀਮਤੀ ਹੈ, ਇੱਕੋ ਹੀ ਬਚਿਆ, ਦੇਖਿਓ ਕਿਤੇ ਇਹਨੂੰ ਕਾਰ ਸੇਵਾ ਵਾਲਿਆਂ ਦੇ ਹੱਥੇ ਨਾ ਚੜਾ ਦਿਓ, ਢਾਹ ਕੇ ਇੱਥੇ ਸੰਖਮਰਮਰ ਲਾ ਦੇਣਾ ਸਭ ਨੇ।
ਤੇ ਅਸੀਂ ਉਹਨੂੰ ਸਾਂਭਿਆ ਹੋਇਆ। ਵੈਸੇ ਵੀ ਸਾਨੂੰ ਮਾਤਾ ਨੇ ਪਹਿਲਾਂ ਤੋਂ ਹੀ ਆਦੇਸ਼ ਸੀਗਾ ਉਵੇਂ ਹੀ ਕੱਚਾ ਇਹਨੂੰ ਰੱਖਿਆ। ਉਸੇ ਤਰ੍ਹਾਂ ਹੀ ਸਾਂਭਣਾ, ਤੇ ਉਵੇਂ ਹੀ ਅਸੀਂ ਸਾਂਭਦੇ ਆ ਰਹੇ ਹਾਂ। ਉਹਨਾਂ ਨੇ ਇਹ ਕੈਮੀਕਲ ਜਿੰਨੇ ਲੱਗੇ ਨੇ, ਆ ਬਸਤਰ ਠੀਕ ਕਰਾਏ ਨੇ ਜਾਂ ਦਸਤਾਰ ਇਸ ਰੂਮ 'ਚ ਬੰਨੀ ਹੈ, ਇਹ ਉਸੇ ਕਮੇਟੀ ਦੇ ਕੀਤੇ ਹੋਏ ਸਾਰੇ ਕਾਰਜ ਨੇ ਜੋ ਐਂਟਿਕ ਲੈਬ ਤੋਂ ਉਹਨਾਂ ਨੇ ਕਰਵਾ ਕੇ ਦਿੱਤੇ, ਜਿਹਦਾ ਸਦਕਾ ਇਹ ਕਈ ਸੌ ਸਾਲਾਂ ਤੱਕ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਇਹ ਨਿਸ਼ਾਨੀਆਂ ਰਹਿਣਗੀਆਂ। ਦਸਤਾਰ ਦੀ ਫਿਰ ਸਾਂਭ ਸੰਭਾਲ ਕਿਵੇਂ ਕੀਤੀ ਜਾਂਦੀ ਹੈ? ਜਿਵੇਂ ਕਾਫੀ ਬਿਰਤ ਹੈ, ਕਾਫੀ ਪੁਰਾਣੇ ਹਨਾ ਕੱਪੜੇ ਉਸ ਸਮੇਂ ਦੇ। ਬਸ ਇਹੀ ਹੈ ਇਹਦਾ, ਉਹਨਾਂ ਨੇ ਜਿਹੜਾ ਸਾਨੂੰ ਦੱਸਿਆ ਸੀਗਾ ਐਂਟਿਕ ਲੈਬ ਨੇ ਸਾਨੂੰ ਵੀ ਕੋਲ ਰੱਖ ਕੇ ਦੱਸਿਆ ਸੀ ਕਿ ਇੱਕ ਤਾਂ ਬਹੁਤੀ ਤੇਜ਼ ਚਾਨਣ ਨਾ ਇਹਦੇ ਤੇ ਪੈਣ ਦਿਓ, ਬਹੁਤੀ ਧੁੱਪ ਦੇ ਵਿੱਚ ਨਾ ਇਹਨੂੰ ਲਿਜਾਓ, ਤੇ ਜਾਂ ਜਦੋਂ ਸਿੱਲ ਦਾ ਮੌਸਮ ਹੁੰਦਾ ਉਦੋਂ ਨਾ, ਹਨਾ ਵੀ ਅਸਲ ਦੇ ਵਿੱਚ ਤਾਂ ਇਹਦੇ ਵਾਸਤੇ ਇੱਕ ਮਿਊਜ਼ੀਅਮ ਚਾਹੀਦਾ ਵੀ ਜਿੱਥੇ ਦਾ ਜਿਹੜਾ ਉਹ ਕਹਿ ਲਓ ਉਹਨੂੰ ਮੇਨਟੇਨ ਕੀਤਾ ਜਾਵੇ, ਉੱਥੇ ਨਾ ਗਰਮੀ ਨਾ ਸਰਦੀ, ਤੇ ਉੱਥੇ ਲਾਈਟ ਵੀ ਉਹੋ ਜਿਹੀ ਹੋਵੇ ਹਨਾ ਵੀ ਜਿਹੜੀ ਇਹਨੂੰ ਖਰਾਬ ਨਾ ਕਰੇ। ਬਸ ਇਹੀ ਇਹਦੀ ਸਾਂਭ ਸੰਭਾਲ ਆ। ਦੂਜਾ ਅਸੀਂ ਆਪਾਂ ਕੋਲੋਂ ਹੱਥ ਤਾਂ ਇਹਨੂੰ ਲਾ ਨਹੀਂ ਸਕਦੇ ਕਿ ਆਪਾਂ ਕੋਲੋਂ ਕੁਝ ਕਰ ਦਿਆਂਗੇ, ਤੇ ਬਸ ਇਹ ਤਾਂ ਸੀਸਿਆਂ ਵਿੱਚ ਰੱਖਿਆ ਹੋਇਆ, ਤੇ ਜਦੋਂ ਸਾਨੂੰ ਲੱਗਦਾ ਕਿ ਮਾੜੀ ਮੋਟੀ ਡਸਟ ਪਈ ਹੋਈ ਆ ਉਦੋਂ ਅਸੀਂ ਉਹ ਪਾਸਿਆਂ ਤੋਂ ਸਾਫ਼ ਕਰ ਦਿੰਦੇ ਆ, ਦਸਤਾਰ ਤਾਂ ਉਵੇਂ ਰਹਿੰਦੀ ਆ। ਹਾਂਜੀ, ਤਾਂ ਇੱਧਰ ਹੋਰ ਮੈਂ ਚਾਹੂੰਗਾ ਨਿਸ਼ਾਨੀਆਂ ਜਿਹੜੀਆਂ ਗੁਰੂ ਸਾਹਿਬ ਦੀਆਂ ਉਹ ਵੀ ਦਿਖਾ ਦਿੱਤੀਆਂ ਜਾਣ। ਕੀ ਕੀ ਪਿਆ ਹੋਇਆ ਜੀ ਅੱਗੇ? ਇਹ ਜਿਹੜਾ ਅੰਦਰ ਪਲੰਘ ਪਿਆ ਜਿਹਦੇ ਤੇ ਸਤਿਗੁਰੂ ਬਿਰਾਜੇ ਸੀ ਉਹਦਾ ਬਾਣ ਹੈ, ਤੇ ਮਾਤਾ ਦੇਸਾਂ ਦੇ ਪੋਤਰੇ ਬਾਬਾ ਸੰਗੂ ਸਿੰਘ ਦੀ ਬਰਾਗਣ ਹੈ, ਸ੍ਰੀ ਸਾਹਿਬ ਹੈ। ਇੱਕ ਜਿਹੜੀ ਵੱਡੀ ਸ੍ਰੀ ਸਾਹਿਬ ਪਈਆਂ, ਦੋ ਜਿਹੜੀ ਮੁੱਠੇ ਵਾਲੀ ਸ੍ਰੀ ਸਾਹਿਬ ਹੈ ਬਾਬਾ ਫਤਿਹ ਸਿੰਘ, ਜਿਹੜੇ ਪੰਥ ਦੇ ਮਹਾਨ ਜਰਨੈਲ ਹੋਏ ਨੇ, ਜਿਨ੍ਹਾਂ ਨੇ ਵਜੀਦ ਖਾਨ ਦਾ ਸਿਰ ਆਪਣੀ ਤਲਵਾਰ ਨਾਲ ਕੱਟਿਆ ਸੀ, ਜਿਨ੍ਹਾਂ ਦਾ ਜ਼ਿਕਰ ਬਾਬਾ ਬੰਦਾ ਸਿੰਘ ਬਹਾਦਰ ਫਿਲਮ 'ਚ ਵੀ ਆ, ਚਾਰ ਸਾਹਿਬਜ਼ਾਦੇ ਫਿਲਮ 'ਚ ਵੀ ਹੈ। ਇਹ ਭਾਈ ਫਤਿਹ ਸਿੰਘ ਦਾ ਉਹ ਪਿੰਡ ਹੈ ਜਿਨ੍ਹਾਂ ਦਾ ਚੱਪੜਚਿੜੀ ਦੇ ਮੈਦਾਨ 'ਚ ਵੀ ਬੁੱਤ ਲੱਗਿਆ ਹੋਇਆ, ਤੇ ਸਾਡੇ ਨਗਰ 'ਚ ਵੀ ਲੱਗਿਆ ਹੋਇਆ। ਤੁਹਾਡੇ ਬਜ਼ੁਰਗ ਸੀਗੇ ਬਾਬਾ ਫਤਿਹ ਸਿੰਘ? ਵੱਡੇ ਬਜ਼ੁਰਗ ਸੀ ਬਾਬਾ ਫਤਿਹ ਸਿੰਘ, ਜਿਨ੍ਹਾਂ ਦਾ ਇਹ ਸਾਰਾ ਨਗਰ ਹੈ। ਹਾਂਜੀ, ਉਹਨਾਂ ਦੇ ਨਾਲ ਪਹਿਲਾਂ ਇਹ ਪਿੰਡ ਦਾ ਨਾਂ ਭਾਈ ਕਾ ਚੱਕ ਸੀ, ਉਹਨਾਂ ਦੇ ਕੁਰਬਾਨੀ ਕਰਨ ਤੋਂ ਬਾਅਦ ਇਹ ਪਿੰਡ ਦਾ ਨਾਂ ਚੱਕ ਫਤਿਹ ਸਿੰਘ ਵਾਲਾ ਹੋਇਆ। ਹਾਂਜੀ, ਮਤਲਬ ਬਾਬਾ ਫਤਿਹ ਸਿੰਘ ਹੋਰਾਂ ਨੇ ਚੱਪੜਚਿੜੀ ਦੀ ਜਿਹੜੀ ਜੰਗ ਸੀ ਉਸ ਦੇ ਵਿੱਚ ਵਜੀਦ ਖਾਨ ਜਿਸ ਨੇ ਕਹਿਰ ਢਾਇਆ ਸੀ ਗੁਰੂ ਘਰ ਤੇ, ਗੁਰੂ ਘਰ ਦੇ ਉੱਤੇ ਜਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਇਆ ਸੀ, ਜਿਨ੍ਹਾਂ ਨੇ ਉਸ ਦਾ ਸਿਰ ਕਲਮ ਕੀਤਾ। ਉਹਦਾ ਸਿਰ ਕਲਮ ਬਾਬਾ ਫਤਿਹ ਸਿੰਘ ਨੇ ਕੀਤਾ ਸੀ। ਬਾਬਾ ਬਾਜ ਸਿੰਘ ਤੇ ਬੰਦਾ ਸਿੰਘ ਬਹਾਦਰ ਤਿੰਨੋਂ ਮੇਨ ਜਰਨੈਲ ਸੀਗੇ। ਪਹਿਲਾਂ ਸੰਢੌਰਾ ਫਤਿਹ ਕੀਤਾ, ਤੇ ਬਾਬਾ ਫਤਿਹ ਸਿੰਘ ਨੂੰ ਭਾਈ ਭਗਤੂ ਦੀ ਅੰਸ਼ਵੰਸ਼ ਹੋਣ ਦੇ ਨਾਤੇ, ਗੁਰੂਆਂ ਦਾ ਪਿਆਰਾ ਹੋਣ ਦੇ ਨਾਤੇ ਪਹਿਲਾ ਗਵਰਨਰ ਇਹਨੂੰ ਥਾਪਿਆ ਸੀ। ਬਾਬਾ ਫਤਿਹ ਸਿੰਘ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਕੌਮ ਦਾ ਪਹਿਲਾ ਗਵਰਨਰ ਹੋਇਆ। ਦੂਸਰਾ ਜੋ ਸਰਹੰਦ ਫਤਿਹ ਕੀਤੀ ਤਾਂ ਬਾਬਾ ਬਾਜ ਸਿੰਘ ਉਹਦੇ ਗਵਰਨਰ ਬਣੇ, ਉਹ ਵੱਡਾ ਰਾਜ ਸੀਗਾ ਹਨਾ। ਤੇ ਬਾਬਾ ਬੰਦਾ ਸਿੰਘ ਬਹਾਦਰ ਆਪ ਉਸ ਤਰ੍ਹਾਂ ਰਾਜ ਭਾਗ ਦੇ ਚੱਕਰ 'ਚ ਨਹੀਂ ਪਏ, ਉਹਨਾਂ ਨੇ ਭਗਤੀ ਨੂੰ ਮੁੱਖ ਰੱਖਿਆ, ਤੇ ਇਹਨਾਂ ਦੇ ਰਾਹੀਂ ਸਰਕਾਰ ਚਲਾਈ ਜਿਹੜੀ ਉਦੋਂ ਚਲਾਈ, ਤੇ ਇਹਨਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਅੰਤ ਸਮੇਂ ਤੱਕ ਸਾਥ ਦਿੱਤਾ। ਇਹ ਬਾਬਾ ਫਤਿਹ ਸਿੰਘ ਹੋਰਾਂ ਨੂੰ, ਬਾਜ ਸਿੰਘ ਹੋਰਾਂ ਨੂੰ ਵੀ ਦਿੱਲੀ ਸ਼ਹੀਦ ਕੀਤਾ ਗਿਆ, ਜਿਹੜਾ 700 ਸਿੰਘਾਂ ਦਾ ਜਥਾ ਗਿਆ ਸੀ, ਉਹਦੇ ਵਿੱਚ ਸਾਡੇ ਨਗਰ ਦੇ ਵੀ ਕਾਫੀ ਸਿੰਘ ਤੇ ਬਾਬਾ ਫਤਿਹ ਸਿੰਘ ਵੀ ਸੀਗੇ। ਬਾਬਾ ਫਤਿਹ ਸਿੰਘ ਜੀ ਦੀ ਸ੍ਰੀ ਸਾਹਿਬ ਫਿਰ ਤੁਹਾਨੂੰ ਕਿੱਥੋਂ ਮਿਲੀ? ਇਹ ਘਰ ਆ ਉਹਨਾਂ ਦਾ ਜੀ, ਇਹ ਘਰ ਆ, ਇਹ ਪੀੜ੍ਹੀ ਦਰ ਪੀੜ੍ਹੀ ਸੇਵਾ ਇੱਥੇ ਹਨਾ। ਇਹ ਮਾਈ ਦੇਸਾਂ ਦਾ ਜਿਹੜਾ ਘਰ ਆ, ਕਿਉਂਕਿ ਮਾਈ ਦੇਸਾਂ ਦੇ ਘਰ ਵਾਲੇ ਦੇ 3 ਵਿਆਹ, ਇੱਕ ਵਿਆਹ ਮਾਈ ਦੇਸਾਂ ਦੇ ਉਹਨਾਂ ਦੇ ਪੁੱਤਰ ਜਾਨੀ ਮਤਰੇਈ ਮਾਂ ਮਾਈ ਦੇਸਾਂ ਫਤਿਹ ਸਿੰਘ ਹੋਰਾਂ ਦੀ, ਇਹ ਘਰ ਹੀ ਆ ਸਾਡਾ ਹਨਾ ਉਦੋਂ ਦਾ ਉਹਨਾਂ ਦਾ। ਤੇ ਇਧਰ ਜੋੜੇ ਪਏ ਹੋਏ ਆ, ਮਾਤਾ ਸਾਹਿਬ ਕੌਰ ਜੀ ਦਾ ਜੋੜਾ, ਤੇ ਦੂਜੇ ਪਾਸੇ ਖੜਾਵਾਂ ਪਈਆਂ ਨੇ ਮਾਤਾ ਸੁੰਦਰ ਕੌਰ। ਮਾਤਾ ਪਾਤਸ਼ਾਹ ਨੇ ਦਸਤਾਰ ਨਿਸ਼ਾਨੀ ਵਜੋਂ ਦਿੱਤੀ ਸੀ ਮਾਤਾ ਨੂੰ, ਉਸੇ ਤਰ੍ਹਾਂ ਮਤਲਬ ਇਹ ਖੜਾਵਾਂ ਮਾਤਾ ਸੁੰਦਰ ਕੌਰ ਨੇ ਨਿਸ਼ਾਨੀ ਵਜੋਂ ਦਿੱਤੀਆਂ। ਇਹ ਜੁੱਤਾ ਮਾਤਾ ਸਾਹਿਬ ਕੌਰ ਨੇ ਦਿੱਤਾ ਸੀ। ਇਹ ਜੁੱਤਾ ਟੁਕੜੇ ਹੋਇਆ ਵਾ, ਇਹ ਦੁਬਾਰਾ ਤਿਆਰ ਕੀਤਾ ਗਿਆ, ਮਤਲਬ ਜਰੀ ਖਰਾਬ ਨਾ ਹੋਵੇ ਉਹਦਾ ਕਰਕੇ ਲੈਬ ਨੇ ਇੱਕ ਮਾਡਲ ਤਿਆਰ ਕਰਕੇ ਲਾਤੀ, ਤੇ ਦੂਜੇ ਟੁਕੜੇ ਸਾਂਭੇ ਹੋਏ ਆ। ਤੇ ਇਸ ਸਾਈਡ ਇਹ ਚਾਦਰ ਆ, ਇਹ ਚਾਦਰਾਂ ਜਿਹੜੀਆਂ ਉਸ ਟਾਈਮ ਪਲੰਘ ਤੇ ਵਿਛਾਈਆਂ ਸੀ, 2 ਚਾਦਰਾਂ, ਇਹ ਵੀ ਉਸੇ ਰੂਪ 'ਚ ਸਾਂਭੀਆਂ ਹੋਈਆਂ। ਇਹਨਾਂ ਦੇ ਵੀ ਚਾਦਰਾਂ ਤੇ ਥੱਲੇ ਕੰਮ ਕੀਤਾ ਦਿਸਦਾ ਉਵੇਂ ਲੈਬ ਨੇ ਇਹਦੇ ਥੱਲੇ ਕੱਪੜਾ ਲਾਇਆ ਕਿ ਚਾਦਰਾਂ ਸਮੀਆਂ ਰਹਿਣ, ਖਰਾਬ ਨਾ ਹੋਣ। ਅੱਗੇ ਮਾਈ ਦੇਸਾਂ ਦੀ ਪਜਾਮੀ ਤੇ ਘੱਗਰਾ। ਹਾਂਜੀ, ਇਹ ਤੁਸੀਂ ਦਰਸ਼ਨ ਕਰ ਸਕਦੇ ਹੋ। ਹਾਂਜੀ, ਤਾਂ ਮੈਂ ਚਾਹੂੰਗਾ ਆਪਾਂ ਉਧਰ ਬੁਰਜ ਵੱਲ ਵੀ ਹੁਣ ਚੱਲੀਏ, ਸਾਨੂੰ ਬੁਰਜ ਵੀ ਤੁਸੀਂ ਦਰਸ਼ਨ ਕਰਵਾਓ ਸਭ ਦੇ। ਹਾਂਜੀ ਹਾਂਜੀ, ਆਓ ਜੀ ਜੀ। ਤਾਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਆ ਤੁਹਾਨੂੰ, ਹੁਣ ਆਪਾਂ ਉਸ ਬੁਰਜ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਸਾਹਿਬ ਨੇ ਠਹਿਰ ਕੀਤੀ ਸੀ। ਪਰ ਉਸ ਤੋਂ ਪਹਿਲਾਂ ਇਹ ਚੁਰ ਦੇਖ ਰਹੇ ਹੋ ਤੁਸੀਂ, ਤੇ ਇਸ ਜਗ੍ਹਾ ਦੇ ਉੱਤੇ ਮਾਤਾ ਦੇਸਾਂ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਸੀਗਾ, ਇਹ ਉਸੇ ਸਮੇਂ ਦਾ ਜੀ? ਹਾਂਜੀ, ਇਹ ਚੁਰ ਉਸ ਸਮੇਂ ਦੀ, ਆਪਾਂ ਤਵੀ ਦੇ ਦਰਸ਼ਨ ਕੀਤੇ, ਉਹ ਤਵੀ ਇਹਦੀ ਹੈ ਹਨਾ। ਤੇ ਇਹ ਥੋੜਾ ਡੂੰਘਾ ਸੀਗਾ ਉਸ ਟਾਈਮ ਤੇ ਜਦੋਂ ਇਹ ਬਣਿਆ ਸੀਗਾ ਹਨਾ। ਫਿਰ ਇਹ ਜਦੋਂ ਦੇਖਿਆ ਆਪਾਂ ਆਹ ਮਕਾਨ ਬਣਾਏ ਆ, ਇਹਨੂੰ ਸੁਰੱਖਿਆ ਦੇ ਨਾਲ ਫਿਰ ਇਹਨੂੰ ਉੱਪਰ ਚੱਕਿਆ ਕਿ ਸੰਗਤ ਦਰਸ਼ਨ ਕਰ ਸਕੇ। ਤੇ ਆਓ ਆਪਾਂ ਹੁਣ ਬੁਰਜ ਸਾਹਿਬ ਦੇ ਦਰਸ਼ਨ ਸੰਗਤ ਨੂੰ। ਇਹ ਫਿਰ ਪੋਚਾ ਇਹਨੂੰ ਟਾਈਮ ਦੇ ਟਾਈਮ ਫੇਰ ਬਸ ਟਾਈਮ ਸਿਰ ਇਹਨੂੰ ਤਲੀ ਦੇਣੀ ਤੇ ਉੱਤੋਂ ਦੀ ਪੋਚਾ ਦੇਣਾ, ਇਹੀ ਇਹਦੀ ਸਾਂਭ ਸੰਭਾਲ ਆ ਜੀ। ਹਾਂਜੀ, ਅੱਗੇ ਆਜੋ ਮੈਂ ਚਾਹੂੰਗਾ ਸੁਮਿਤ, ਤੇ ਇਹ ਸਾਹਮਣੇ ਨੀਚੇ ਦਾ ਬੁਰਜ, ਹਾਂਜੀ, ਤੇ ਉੱਪਰ ਉਹ ਸਾਹਮਣੇ ਮਿੱਟੀ ਦਾ ਪੋਚਾ ਫਿਰਿਆ ਹੋਇਆ। ਹਾਂਜੀ, ਇਹ ਬੁਰਜ ਦੀ ਉਹ ਇਮਾਰਤ ਆ, ਬਾਹਰੀ ਦ੍ਰਿਸ਼ ਆ ਉਹ ਬੁਰਜ ਦਾ, ਜਿਹੜੇ ਬੁਰਜ 'ਚ ਪਾਤਸ਼ਾਹ ਰਹੇ ਸੀ। ਆਪਾਂ ਹੁਣ ਅੰਦਰ ਚੱਲਾਂਗੇ, ਇਹ ਉਹ ਜਗ੍ਹਾ ਸਾਰੀ,
ਇਹਦੇ ਜਦੋਂ ਪਹਿਲਾਂ ਇਹ ਨਰਾਲਾ ਹੁੰਦਾ ਸੀਗਾ ਉਦੋਂ ਮੀਂਹ ਕਣੀ ਆਉਣ ਨਾਲ ਜਾਨੀ ਸਾਰਾ ਗਿੱਲਾ ਹੋ ਕੇ ਥੋੜੀ ਸਿੱਲ ਹੋ ਜਾਂਦੀ ਸੀ। ਫਿਰ ਸਾਡੇ ਮਨ 'ਚ ਸੀ ਕਿ ਬਹੁਤ ਜਲਦੀ ਖਰਾਬ ਹੋ ਜਾਣਾ ਇਸ ਤਰ੍ਹਾਂ, ਤੇ ਅਸੀਂ ਵੀ ਇਹਦੇ ਸੋਚਿਆ ਸੀ ਹਾਂ ਕੱਚਾ ਹੋਣ ਕਰਕੇ। ਫਿਰ ਆ ਜਿਹੜੀ ਦਰਬਾਰ ਦੀ ਇਮਾਰਤ ਹੈ, ਇਹ ਦਰਬਾਰ ਸਾਹਿਬ ਦੇ 4 ਸਪੇਰੇ ਬਣਾਇਆ, ਇਹਨੂੰ ਉਵੇਂ ਸਾਂਭਿਆ ਜਿਵੇਂ ਪਾਲਕੀ ਵਿਚਾਲੇ ਹੁੰਦੀ ਆ। ਹੁਣ ਸਾਡਾ ਜਿਹੜਾ ਇਹ ਚੱਲ ਰਿਹਾ ਪ੍ਰੋਜੈਕਟ ਹੈ, ਇੱਕ ਤਾਂ ਇਹ ਸੀਗਾ ਵੀ ਸੰਗਤ ਬਹੁਤ ਜ਼ਿਆਦਾ ਹੋ ਜਾਂਦੀ ਹੈ, ਕਈ ਵਾਰੀ ਅੰਦਰ ਜਗ੍ਹਾ 5-7 ਬੰਦਿਆਂ ਦੀ ਆ ਹਨਾ, ਤੇ ਉਹਦੇ ਨਾਲ ਹੁਣ ਅਸੀਂ ਇੱਕ ਇੱਧਰ ਭੋਰਾ ਤਿਆਰ ਕੀਤਾ ਬਰਾਬਰ ਕਿ ਜਿੱਥੇ ਬੈਠ ਕੇ ਸੰਗਤਾਂ ਪਾਠ ਕਰ ਸਕਣ, ਜਾਪ ਕਰ ਸਕਣ, ਧਿਆਨ ਕਰ ਸਕਣ ਹਨਾ, ਇੱਥੇ ਬੈਠ ਸਕਣ। ਤੇ ਨਾਲ ਨਾਲ ਹੁਣ ਇਹ ਦਰਬਾਰ ਤਾਂ ਬਣ ਚੁੱਕਿਆ ਸੀ, ਇਹਦੀ ਹੋਰ ਜਿਹੜਾ ਕੰਮ ਸਾਰਾ ਰਹਿੰਦਾ ਜਿਵੇਂ ਬਿਜਲੀ ਦਾ ਕੰਮ ਹੈ, ਇਹਦੀਆਂ ਜੋੜੀਆਂ ਦਾ ਕੰਮ ਹੈ, ਉਹ ਸੇਵਾ ਅਸੀਂ ਹੁਣ ਸ਼ੁਰੂ ਕੀਤੀ ਹੈ। ਉਹ ਸਾਹਮਣੇ ਕਮਰਾ ਤਿਆਰ ਹੋ ਰਿਹਾ ਜਿੱਥੇ ਜਾਨੀ ਮਾਤਾ ਦੇਸਾਂ ਦਾ ਇੱਕ ਆਪ ਦਾ ਪਰਸਨਲ, ਜਿਵੇਂ ਸਾਨੂੰ ਉਹਨਾਂ ਨੇ ਧਿਆਨ 'ਚ ਦੱਸਿਆ ਹਨਾ ਕਿ ਸਾਡੇ ਲਈ ਇੱਕ ਰੂਮ ਤਿਆਰ ਕਰੋ ਜਿੱਥੇ ਤੁਸੀਂ ਖੁਦ ਬਹਿ ਕੇ ਉਹ ਜਿਹੜੀਆਂ ਦਾਤਾਂ ਨੇ, ਜਿਹੜੀ ਬਾਣੀ ਪੜ੍ਹਨੀ ਆ, ਬਾਣੀ ਪੜ੍ਹਾਉਣੀਆਂ ਸੰਗਤਾਂ ਨੂੰ, ਤੁਸੀਂ ਉਹ ਕਾਰਜ ਕਰ ਸਕੋ, ਉਹਦੇ ਲਈ ਉਹ ਤਿਆਰ ਹੋ ਰਿਹਾ। ਤੇ ਇਹਦੇ 4 ਸਪੇਰੇ ਇਹਨਾਂ 12 'ਚ ਸਾਰਿਆਂ 'ਚ ਸੀਸੇ ਪੈ ਜਾਣੇ ਆ, ਜੋੜੀਆਂ ਲੱਗ ਜਾਣੀਆਂ, ਤਾਂ ਕਿ ਫਿਰ ਸੰਗਤਾਂ ਇੱਥੇ ਆ ਕੇ ਦਰਸ਼ਨ ਦਿਦਾਰੇ ਕਰਨ ਵਾਲੀਆਂ ਸੰਗਤਾਂ। ਹਾਂਜੀ, ਬੁਰਜ ਉਵੇਂ ਕੱਚਾ, ਸਾਈਡਾਂ ਤੋਂ ਤੁਸੀਂ ਮਤਲਬ ਪੱਕਾ ਬਣਾ ਦਿੱਤਾ ਗਿਆ। ਹਾਂ, ਤੁਸੀਂ ਉਹ ਦਿਖਾ ਸਕਦੇ ਹੋ ਸੰਗਤ ਨੂੰ। ਆਜੋ ਆਪਾਂ ਚਾਹੂੰਗਾ ਜੀ। ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਤੇ ਜਿਸ ਜਗ੍ਹਾ ਦੇ ਉੱਤੇ 10ਵੇਂ ਪਾਤਸ਼ਾਹ ਬਿਰਾਜੇ ਸੀ ਇਸ ਥਾਂ ਦੇ ਉੱਤੇ ਆ ਕੇ, ਤੇ ਉਵੇਂ ਜਿਹੜਾ ਕੱਚਾ ਰੱਖਿਆ ਹੋਇਆ ਹੈ। ਤਾਂ ਹੁਣ ਅਸੀਂ ਬੁਰਜ ਦੇ ਅੰਦਰ ਆ ਗਏ ਹਾਂ ਜਿੱਥੇ ਗੁਰੂ ਸਾਹਿਬ ਪਲੰਘੇ ਦੇ ਉੱਤੇ ਬੈਠੇ ਸੀਗੇ, ਤੇ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਹੈ ਇਸ ਥਾਂ ਦੇ ਉੱਤੇ। ਤੇ ਮੇਰੇ ਨਾਲ ਬਾਬਾ ਜੀ ਨੇ। ਬਾਬਾ ਜੀ, ਜਿਵੇਂ ਉੱਪਰੋਂ ਹਨਾ ਛੱਤ ਆਪਾਂ ਦੇਖ ਰਹੇ ਹਾਂ, ਉਸੇ ਸਮੇਂ ਦੀ ਮੈਂ ਚਾਹੂੰਗਾ ਤੁਹਾਨੂੰ ਦਿਖਾ ਦਿਓ ਛੱਤ ਜਿਹੜੀ ਆ, ਇੱਕ ਆਦੀ ਛੱਤ ਹੈ ਉਸੇ ਸਮੇਂ ਦੀ ਹੈ। ਹਾਂਜੀ, ਇਹ ਜੇ ਆਪਾਂ ਇਹਦੀ ਵੈਸੇ ਗੱਲ ਕਰਕੇ ਸਮੇਂ ਦੀ, ਤਾਂ 7ਵੇਂ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਹੋਏ ਸੀ, ਜਿਨ੍ਹਾਂ ਦੇ ਦਰਸ਼ਨ ਦਿਦਾਰੇ ਕਰਨ ਭਾਈ ਭਗਤੂ ਦੀ ਦੂਸਰੀ ਪਤਨੀ ਮਾਈ ਵੀਰੋ ਗਈ ਸੀ। ਉਦੋਂ ਬੇਨਤੀ ਕਰਕੇ ਕਿ ਮੈਂ ਬੱਚੇ ਦਾ ਇਹਦਾ ਨਗਰ ਬੰਨ੍ਹਣਾ, ਤੇ ਉਦੋਂ ਉਹ ਬਚਨ ਲੈ ਕੇ ਆਏ ਸੀ। ਤੇ ਉਹ ਜਾਨੀ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਤੋਂ 140 ਸਾਲ ਬਣਦੇ ਨੇ ਪਹਿਲਾਂ ਦਾ ਮਤਲਬ ਇਹ ਬੁਰਜ ਆ। ਜਾਨੀ ਅੱਜ ਤਾਂ 316-17 ਸਾਲ ਤਾਂ ਪਾਤਸ਼ਾਹ ਨੂੰ ਹੋ ਗਏ, ਜਾਨੀ 400-450 ਸਾਲ ਪੁਰਾਣਾ ਇਹ ਬੁਰਜ ਆ, ਜਿੱਥੇ ਕਿ ਮਾਈ ਵੀਰੋ ਨੇ ਖੁਦ ਇੱਥੇ ਰਹਿਣਾ ਕੀਤਾ, ਮਾਤਾ ਦੇਸਾਂ ਨੇ, ਉਹਦੀ ਪੋਤ ਨੂੰ ਨੇ ਰਹਿਣਾ ਕੀਤਾ ਹਨਾ। ਤੇ ਇਹ ਬਹੁਤ ਭਗਤੀ ਵਾਲੀ ਜਗ੍ਹਾ ਜਿੱਥੇ ਸਤਿਗੁਰਾਂ ਨੇ ਆ ਕੇ ਜਾਨੀ 9 ਦਿਨ ਬਿਰਾਜੇ। ਅੱਜ ਦੁਨੀਆ ਦੇ ਵਿੱਚ ਇਹ ਇੱਕ ਇਕਲੌਤੀ ਐਸੀ ਜਗ੍ਹਾ ਜਿੱਥੇ ਪਾਤਸ਼ਾਹ 9 ਦਿਨ ਰਹੇ, ਤੇ ਇਹਦੀ ਸੱਤ ਵੀ ਉਸੇ ਤਰ੍ਹਾਂ ਕਾਇਮ ਹੈ, ਇਹਦੀਆਂ ਇਹ ਕੰਧਾਂ ਵੀ ਉਸੇ ਤਰ੍ਹਾਂ ਕਾਇਮ ਹੈ। ਉਦੋਂ ਦੇ ਇਤਿਹਾਸ ਦੀ ਗਵਾਹੀ ਭਰਦਾ। ਹੁਣ ਥੋੜਾ ਕਹਿ ਲਓ ਵੀ ਜਿਵੇਂ ਸਮਾਂ ਬਦਲ ਰਿਹਾ, ਬਹੁਤ ਲੋਕ ਧਿਆਨ ਦੇ ਖੇਤਰ 'ਚ ਅੱਗੇ ਵਧ ਰਹੇ ਆ ਹਨਾ। ਹੁਣ ਐਸੇ ਲੋਕ ਵੀ ਸਾਡੇ ਕੋਲ ਆਉਂਦੇ ਆ ਜਿਹੜੇ ਅਕਾਸ਼ੀ ਰਿਕਾਰਡ ਨੂੰ ਪੜ੍ਹ ਲੈਂਦੇ ਆ। ਆਉਣ ਵਾਲੇ ਸਮੇਂ 'ਚ ਸਾਇੰਸ ਨੇ ਅਪਰੂਵਡ ਕਰ ਦੇਣੀਆਂ ਚੀਜ਼ਾਂ ਕਿ ਕਿਵੇਂ ਪੜ੍ਹਿਆ ਜਾ ਸਕਦਾ ਹਨਾ, ਤੇ ਉਹ ਮਹਿਸੂਸ ਕਰਦੇ ਆ ਕਿ ਇੱਥੇ ਕੀ ਕੀ ਹੋਇਆ ਤੇ ਕੀ ਇੱਥੋਂ ਦੇ ਹਾਲਾਤਾਂ 'ਚ ਹੈਗਾ। ਜਿਹੜਾ ਬਿਲਕੁਲ ਨਹੀਂ ਕੁਝ ਵੀ ਜਾਣਦਾ, ਉਹਨੂੰ ਵੀ ਅਸੀਂ ਬੇਨਤੀ ਕਰਦੇ ਹੁੰਦੇ ਆ ਕਿ ਤੂੰ ਥੋੜਾ ਇੱਕ ਮਨ ਇੱਕ ਚਿੱਤ ਹੋ ਕੇ 10 ਮਿੰਟ ਬੇਨਤੀ ਕਰਕੇ ਬੈਠ ਕੇ, ਹੇ ਗੁਰੂ ਪਿਤਾ 10ਵੇਂ ਪਾਤਸ਼ਾਹ ਮੇਰੇ ਤੇ ਮਿਹਰ ਕਰੋ, ਮੈਨੂੰ ਅੰਤਰਾਤਮੇ ਤੌਰ ਤੇ ਜੋੜੋ ਆਪਣੇ ਆਪੇ ਨਾਲ। ਤੇ ਉਹਨੂੰ ਮਹਿਸੂਸ ਹੁੰਦਾ, ਇੱਥੋਂ ਇਹੋ ਜਿਹੀ ਤਰੰਗ ਉਹਨੂੰ ਮਿਲਦੀ ਆ ਕਿ ਅਨੇਕਾਂ ਹੀ ਇਹੋ ਜਿਹੇ ਗੁਰਸਿੱਖਾਂ ਦਾ ਅਨੁਭਵ ਆ ਕਿ ਬੇਸ਼ੱਕ ਤੂੰ ਦੇਖਣ ਵਾਲਾ ਕਹਿ ਸਕਦਾ, ਉਹਨਾਂ ਦਾ ਵਹਿਮ ਹੋ ਸਕਦਾ ਕਿ ਜਦੋਂ ਹੀ ਅਸੀਂ ਨੇਤਰ ਬੰਦ ਕਰਕੇ ਬੈਠੇ 5-7 ਮਿੰਟਾਂ ਬਾਅਦ ਸਾਨੂੰ ਲੱਗਿਆ ਕਿ ਸਾਡੇ ਸਿਰ ਤੇ ਕਿਸੇ ਨੇ ਹੱਥ ਧਰਿਆ। ਸਾਡੀ ਇੱਥੋਂ ਸਪਿਰਚੁਅਲ ਵਾਈਬਸ ਆਉਂਦੀਆਂ, ਕਿਉਂਕਿ ਗੁਰੂ ਸਾਹਿਬ ਇਸੇ ਥਾਂ ਦੇ ਉੱਤੇ ਉਹਨਾਂ ਦੀ ਸ਼ੋਅ ਪ੍ਰਾਪਤ ਹੈ। ਸ਼ੋਅ ਪ੍ਰਾਪਤ ਹੈ ਕਿ ਇਹ ਦੇਖਿਆ ਵੀ ਬਰਾਗ ਬਹੁਤ ਆਉਂਦਾ, ਜਿੰਨੇ ਪਤਾ ਨਹੀਂ ਤਾਂ ਲੋਕ ਹੀ ਬਰਾਗੀ ਆਉਂਦੇ ਆ ਇੱਥੇ ਹਨਾ, ਜਿਹੜੇ ਪਿਆਰ ਕਰਦੇ ਹੁੰਦੇ ਸਤਿਗੁਰਾਂ ਨੂੰ। ਤੇ ਨਹੀਂ, ਜਿਹੜਾ ਵੀ ਇੱਥੇ ਬਹਿ ਜਾਂਦਾ ਅੱਧਾ ਪੌਣਾ ਘੰਟਾ ਜਾਂ 10 ਮਿੰਟ, ਬੰਦੇ ਤੋਂ ਬਾਹਰ ਜਾ ਕੇ ਗੱਲ ਨਹੀਂ ਹੁੰਦੀ ਆ, ਮਨ ਭਰ ਆਉਂਦਾ ਹਨਾ। ਸਾਨੂੰ ਮਹਿਸੂਸ ਹੁੰਦੀ ਆ ਉਹ ਭਗਤੀ ਕਿ ਬੰਦੇ ਦੀ ਸਾਰੀ ਊਰਜਾ ਅਨਾਹਤ ਚੱਕਰ ਤੇ ਆ ਜਾਂਦੀ ਹੈ। ਜਦੋਂ ਹੀ ਤੁਹਾਡੀ ਅਨਾਹਤ ਚੱਕਰ ਤੇ ਊਰਜਾ ਆਉਂਦੀ ਹੈ ਇਹੋ ਜਿਹੀਆਂ ਥਾਵਾਂ ਤੇ ਜਾ ਕੇ, ਤਾਂ ਤੁਹਾਨੂੰ ਬਰਾਗ ਆਉਣਾ ਸੁਭਾਵਿਕ ਹੈ। ਉਹ ਚੰਗਾ ਸਾਈਨ ਆ ਕਿ ਤੁਸੀਂ ਉੱਥੇ ਜਾ ਕੇ ਉਹਦੀ ਊਰਜਾ ਨਾਲ ਇੱਕ ਮਿੱਕ ਹੋਇਓ। ਜਿੱਥੇ ਵੀ ਜਾ ਕੇ ਤੁਹਾਨੂੰ ਬਰਾਗ ਉੱਠੇ, ਸਮਝ ਲਓ ਵੀ ਤੁਹਾਡੀ ਊਰਜਾ ਥੱਲੜੇ ਚੱਕਰਾਂ ਤੋਂ ਉੱਠ ਕੇ ਅਨਾਹਤ ਤੱਕ ਪਹੁੰਚ ਚੁੱਕੀ ਹੈ, ਜਿਹੜੀ ਬਹੁਤ ਵੱਡੀ ਪ੍ਰਾਪਤੀ ਆ ਅਧਿਆਤਮਿਕ ਖੇਤਰ ਦੇ ਵਿੱਚ। ਇਹ ਛੋਟੀ ਗੱਲ ਨਹੀਂ ਹੁੰਦੀ, ਬਹੁਤ ਵੱਡੀ ਪ੍ਰਾਪਤੀ ਆ ਕਿ ਜਿਹੜੇ ਬੰਦੇ ਨੂੰ ਬਰਾਗ ਆਉਣ ਲੱਗ ਜੇ, ਬਾਣੀ ਪੜ੍ਹਦੇ ਆ, ਬਾਣੀ ਸੁਣਦੇ ਆ, ਕੀਰਤਨ ਸੁਣਦੇ ਆ, ਸਮਝ ਲਓ ਉਹ ਸਹੀ ਟਰੈਕ ਤੇ ਹੈ। ਪਰ ਅਧਿਆਤਮਿਕ ਦੇ ਅਨੁਭਵ ਸਾਡੇ ਇਹ ਦੱਸਦੇ ਆ ਸਾਨੂੰ ਕਿ ਉਹ ਖੜਾ ਹੁੰਦਾ, ਇਹੋ ਜਿਹੇ ਚੌਂਕ 'ਚ ਖੜਾ ਹੁੰਦਾ ਜਿੱਥੋਂ ਉੱਪਰ ਜਾਣ ਦੀ ਸੰਭਾਵਨਾ ਵੀ ਉਨੀ ਹੀ ਹੈ ਤੇ ਥੱਲੇ ਜਾਣ ਦੀ ਸੰਭਾਵਨਾ ਵੀ ਉਨੀ ਹੀ ਹੈ। ਇੱਥੇ ਸੰਗਤ ਬਹੁਤ ਕੀਮਤੀ ਹੋ ਜਾਂਦੀ ਹੈ। ਜੇ ਤਾਂ ਉਹਦੀ ਸੰਗਤ ਸਾਧੂ ਪੁਰਸ਼ਾਂ ਨਾਲ, ਸੰਤ ਪੁਰਸ਼ਾਂ ਨਾਲ, ਗੁਰਬਾਣੀ ਨਾਲ ਹੈ ਤਾਂ ਉੱਪਰ ਟੱਪ ਜੂਗਾ। ਜੇ ਉਹਦੀ ਸੰਗਤ ਕੁਛ ਐਸੇ ਲੋਕਾਂ ਨਾਲ ਹੋਗੀ ਜਿਹੜੇ ਥੱਲੇ ਵਾਲੇ ਖੇਤਰਾਂ 'ਚ ਜਿਉਣ ਵਾਲੇ ਆ, ਤਾਂ ਉਹ ਥੱਲੇ ਵੀ ਜਾ ਸਕਦਾ, ਕੋਈ ਰੋਕ ਨਹੀਂ ਸਕਦਾ। ਇਹ ਇੱਥੋਂ ਦਾ ਜਾਣੀ ਜੇ ਤੁਹਾਨੂੰ ਇਹੋ ਜਿਹੇ ਅਨੁਭਵ ਕਿਤੋਂ ਹੋਏ ਆ
ਤੇ ਆਪਣੀ ਊਰਜਾ ਨੂੰ ਆਪਣੇ ਆਪ ਨੂੰ ਸਾਂਭਣ ਦੀ ਕੋਸ਼ਿਸ਼ ਕਰੋ। ਬਾਣੀ ਦੀ ਪ੍ਰੈਜੈਂਸ 'ਚ ਰਹੋ, ਬਾਣੀ ਵੱਧ ਤੋਂ ਵੱਧ ਸੁਣੋ ਜਿੰਨੀ ਸੁਣ ਸਕਦੇ ਆ। ਇੱਕ ਮੈਂ ਇਹ ਪੁੱਛਣਾ ਚਾਹੁੰਦਾ, ਜਿਵੇਂ ਤੁਸੀਂ ਦੱਸ ਰਹੇ ਸੀ ਛੱਤ ਬਾਰੇ, ਇਹ ਉਸੇ ਸਮੇਂ ਦੀ ਛੱਤ ਆ। ਮੈਂ ਚਾਹੂੰਗਾ ਸਮੇਂ ਤੇ ਇੱਕ ਵਾਰ ਫਿਰ ਤੋਂ ਦਿਖਾ ਦਿਓ ਉੱਪਰ ਇਹਦੇ ਕੀ ਪਾਇਆ ਹੋਇਆ ਹੈਗਾ। ਇੱਕ ਤਾਂ ਵੱਡੀਆਂ ਨੂੰ ਤਾਂ ਲਟੈਣਾ ਕਿਹਾ ਜਾਂਦਾ ਪਹਿਲੇ ਸਮੇਂ 'ਚ, ਹਨਾ। ਦੂਜੀਆਂ ਇਹ ਕੜੀਆਂ ਕਹਿ ਦਿੰਦੇ ਆ। ਕੁਛ ਕਰੀਰਾਂ ਦੀਆਂ ਹੁੰਦੀਆਂ, ਬੇਰੀ ਦੀਆਂ, ਹਨਾ, ਇਹੋ ਜਿਹੇ ਦਰਖਤਾਂ ਦੀਆਂ। ਉਹ ਕਿੱਲੀਆਂ ਜਾਂ ਜਿਹੜੀਆਂ ਜਾਣੀ ਇਹ ਵੀ ਕਰੀਰਾਂ ਤੋਂ ਵੜ ਕੇ ਜਾਣੀ ਇਹਨੂੰ ਲੱਗਦਾ ਘੱਟ ਹੁੰਦਾ, ਜਾਣੀ ਲੱਗਿਆ ਤਾਂ ਇਹਨੂੰ ਅੱਜ ਤੱਕ ਨਹੀਂ ਹੈ। ਜਿਵੇਂ ਇੰਨੇ 100 ਸਾਲ ਹੋ ਗਏ, ਜਿਵੇਂ ਇੱਕ ਲੱਗਣ ਦੀ ਸਮੱਸਿਆ ਹੁੰਦੀ ਹੈ, ਸਾਨੂੰ ਇੱਕ ਵਾਰੀ ਭੁਲੇਖਾ ਜਿਹਾ ਪੈਂਦਾ ਸੀ ਇੱਕ ਜਗ੍ਹਾ, ਫਿਰ ਅਸੀਂ ਉਹ ਮਾਹਰ ਬੁਲਾਏ ਤੇ ਉਹਨਾਂ ਨੇ ਆ ਕੇ ਇਹਨੂੰ ਆਪਦੇ ਤਰੀਕੇ ਨਾਲ ਦੇਖਿਆ। ਉਹ ਕਹਿੰਦੇ ਬਿਲਕੁਲ ਵੀ ਨਹੀਂ ਹੈ, ਵੀ ਇਹ ਜਿਹਾ ਤਾਂ ਚਾਂਸ ਹੀ ਨਹੀਂ ਕਿ ਇਹਨੂੰ ਲੱਗਿਆ ਹੋਵੇ ਜਾਂ ਲੱਗ ਸਕੇ। ਮੀਂਹ ਵਗੈਰਾ ਵੇਲੇ ਦਿੱਕਤ ਆਉਂਦੀ ਸੀ ਪਹਿਲਾਂ, ਜਿਵੇਂ ਹੁਣ ਤਾਂ ਦਰਬਾਰ ਸਾਹਿਬ ਉੱਪਰ ਹਨਾ ਤੁਸੀਂ ਲੈਂਟਰ ਪਾ ਲਿਆ, ਪਰ ਪਹਿਲਾਂ ਦਿੱਕਤ ਆਉਂਦੀ ਸੀ? ਪਹਿਲਾਂ ਦਿੱਕਤ ਇਹ ਆਉਂਦੀ ਸੀ, ਵੈਸੇ ਇਹਦੀਆਂ ਕੰਧਾਂ 7-7 8-8 ਫੁੱਟ ਚੌੜੀਆਂ, ਬਹੁਤ ਚੌੜੀਆਂ ਕੰਧਾਂ, ਇਸੇ ਕਰਕੇ ਇਹ ਗਰਮੀ ਦੇ ਵਿੱਚ ਠੰਡਾ ਰਹਿੰਦਾ ਬਹੁਤ ਜ਼ਿਆਦਾ। ਹੁਣ ਸਿਆਲ ਆ ਤਾਂ ਇਹ ਬਿਨਾਂ ਗੱਲੋਂ ਹੀ ਗਰਮ ਰਹਿੰਦਾ, ਇੱਥੇ ਪਾਲਾ ਨਹੀਂ ਲੱਗਦਾ ਹੈ ਬੰਦੇ ਨੂੰ ਬੈਠਣ, ਇਕੱਲੀ ਲੋਈ 'ਚ ਵੀ ਬਹਿ ਸਕਦਾ, ਹਨਾ। ਉਦੋਂ ਜਿਵੇਂ ਆਪਣੇ ਸਾਉਣ ਦੀ ਝੜੀ ਨਹੀਂ ਲੱਗਦੀ, ਜੋ ਸਾਉਣ ਦੀ ਝੜੀ ਲੱਗ ਜਾਂਦੀ ਉਦੋਂ ਜਾਣੀ ਕਈ ਦਿਨ ਬਾਰਿਸ਼ ਪੈਂਦੀ, ਮਿੰਨੀ ਕਣੀ, ਤੇ ਉਹ ਇਹਦੇ ਵਿੱਚ ਸਿਮ ਕੇ ਅੰਦਰ ਤੱਕ ਆ ਜਾਂਦਾ ਸੀ। ਮਤਲਬ ਜਿਹੜਾ ਉਹਦਾ ਪਾਣੀ ਸੀ ਤੇ ਉਹਦੇ ਨਾਲ ਇੱਥੇ ਮਾਹੌਲ ਵਿਗੜ ਜਾਂਦਾ, ਜਾਣੀ ਸਮੈਲ ਆਉਣ ਲੱਗ ਜਾਂਦੀ, ਸਿੱਲ ਆਉਣ ਲੱਗ ਜਾਂਦੀ, ਹਨਾ। ਤੇ ਉਹ ਧਰਤੀ 'ਚ ਹਲੇ ਵੀ ਸਿੱਲ ਹੈਗੀ, ਜਿਹਦਾ ਕਰਕੇ ਹੁਣ ਵੀ ਨਾਲੇ ਦਰਬਾਰ ਸਾਹਿਬ ਬਣੇ ਨੂੰ ਵੀ ਕਾਫੀ ਸਾਲ ਹੋ ਗਏ, ਪਰ ਹਲੇ ਵੀ ਉਹ ਸਿੱਲ ਹੈਗੀ ਜਿਹੜੀ ਕਿ ਅੰਦਰਾਂ ਮਹਿਸੂਸ ਹੁੰਦੀ ਹੈ ਕੰਧਾਂ ਤੇ, ਹੁਣ ਵੀ ਥੱਲੇ। ਆ ਜਦੋਂ ਤੋਂ ਦਰਬਾਰ ਬਣਿਆ ਇਹਦੇ ਪਾਸੀਂ ਇਹ ਸਾਡਾ ਮਾਣੀ ਸੀ ਕਿ ਜਾਂ ਤਾਂ ਸੀਸੇ ਲਾ ਦਈਏ ਜਾਂ ਦਰਬਾਰ ਬਣਾ ਲਈਏ। ਜਦੋਂ ਤੋਂ ਦਰਬਾਰ ਸਾਹਿਬ ਬਣ ਚੁੱਕਿਆ ਉਦੋਂ ਬਾਅਦ ਉਹ ਮੀਂਹ ਵਾਲਾ ਕੰਮ ਤਾਂ ਖਤਮ ਹੋ ਗਿਆ। ਪਰ ਹੁਣ ਇਹਦਾ ਇਹੀ ਹੈ ਕਿ ਹੁਣ ਜਿਵੇਂ ਉਹਦੀਆਂ ਜੋੜੀਆਂ ਲੱਗਣ ਵਾਲੀਆਂ ਰਹਿੰਦੀਆਂ, ਜਿੰਨਾ ਚਿਰ ਉਹ ਨਹੀਂ ਲੱਗਦੀਆਂ ਹਲੇ ਠੰਡੀਆਂ ਹਵਾਵਾਂ, ਸਿੱਲੀਆਂ ਹਵਾਵਾਂ ਅੰਦਰ ਆਉਂਦੀਆਂ ਕਰਕੇ ਹਲੇ ਵੀ ਥੋੜਾ ਸਿੱਲ ਵਾਲਾ ਤਾਂ ਹੈਗਾ। ਪਰ ਹੁਣ ਜਦੋਂ ਇਹ ਸੀਸੇ ਵਗੈਰਾ ਲੱਗ ਗਏ, ਹੁਣ ਬਾਹਰ ਉਹ ਬੰਦ ਹੋ ਗਏ, ਤਾਂ ਇਹ ਸਮੱਸਿਆ ਵੀ ਚਲੀ ਜਾਣੀ ਹੈ। ਸਾਡੀ ਸੰਗਤਾਂ ਨੂੰ ਬੇਨਤੀ ਵੀ ਹੈ ਕਿ ਜਿਵੇਂ ਸੰਗਤਾਂ ਸੇਵਾ ਕਰਵਾਉਂਦੀਆਂ, ਦਸਵੰਧ ਭੇਟ ਕਰਦੀਆਂ, ਹਨਾ, ਕਿ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਤੁਸੀਂ ਖੁਦ ਅੱਖੀਂ ਦੇਖ ਕੇ ਆਪ ਵੀ ਦਸਵੰਧ ਉਹੋ ਜਿਹੀਆਂ ਥਾਵਾਂ ਤੇ ਭੇਜੋ ਜਿੱਥੇ ਇਹ ਜੇ ਦਸਵੰਧ ਦੀ ਲੋੜ ਆ, ਜਿੱਥੇ ਕੰਮ ਹੋਣ ਵਾਲੇ ਰਹਿੰਦੇ ਆ। ਜਿਵੇਂ ਅੱਜ ਕੱਲ੍ਹ ਇੱਕ ਚੱਲਦਾ ਕਿ ਆਪਾਂ ਕਿਸੇ ਨੂੰ ਦਸਵੰਧ ਫੜਾਤਾ, ਪਤਾ ਨਹੀਂ ਕਿੱਥੇ ਵਰਤੂਗਾ, ਹਨਾ। ਸਾਡੀ ਸ਼ੁਰੂ ਤੋਂ ਇਹ ਬੇਨਤੀ ਰਹਿੰਦੀ ਹੈ, ਪਹਿਲਾਂ ਵੀ ਜਿੰਨਾ ਕੁ ਹੋਇਆ ਆਪਦੀ ਆਪ ਹੀ ਕਰਾਇਆ ਸੰਗਤਾਂ ਨੇ, ਹਨਾ, ਕਿ ਜੋ ਵੀ ਇੱਥੇ ਲੋੜੀਂਦੀ ਚੀਜ਼ ਆ ਤੁਸੀਂ ਆਪਦੇ ਅੱਖੀਂ ਦੇਖ ਕੇ ਹੱਥੀਂ ਲਾ ਕੇ ਜਾਓ, ਤਾਂ ਕਿ ਤੁਹਾਨੂੰ ਵੀ ਸਕੂਨ ਰਹੇ। ਸਾਡਾ ਜੋ ਤਿਲ ਫੁੱਲ ਦਿੱਤਾ ਵਾ ਉੱਥੇ ਥਾਂ ਲੱਗ ਰਿਹਾ, ਹਨਾ। ਬੜੀਆਂ ਚੀਜ਼ਾਂ ਦੀ ਇੱਥੇ ਹਲੇ ਲੋੜ ਆ ਜਿਨ੍ਹਾਂ ਨਾਲ ਇਹਨੂੰ ਪੂਰਨ ਹੋਣਾ, ਦਰਬਾਰ ਸਾਹਿਬ ਪੂਰਨ ਹੋਣਾ। ਉੱਪਰ ਦਰਬਾਰ ਸਾਹਿਬ ਬਣਿਆ ਵਾ ਜਿੱਥੇ ਸਤਿਗੁਰੂ ਪ੍ਰਕਾਸ਼ ਹੁੰਦੇ ਆ, ਸਮਾਗਮ ਹੁੰਦੇ ਆ, ਉਹਦਾ ਕਾਫੀ ਕੰਮ ਰਹਿੰਦਾ। ਬਿਜਲੀ ਦਾ ਤਕਰੀਬਨ ਸਾਰਾ ਹੀ ਕੰਮ ਰਹਿੰਦਾ, ਹਨਾ। ਪੱਥਰ ਦਾ ਰਹਿੰਦਾ, ਜੋੜੀਆਂ ਦਾ ਕਾਫੀ ਕੰਮ ਪਿਆ। ਵੈਸੇ ਜੋੜੀਆਂ ਦੇ ਥਾਂ ਤੇ ਵੈਸੇ ਉਹ ਭਰੀਆਂ ਵੀਆਂ ਬਾਰੀਆਂ, ਹਨਾ। ਉਸ ਤੋਂ ਬਾਅਦ ਹੁਣ ਸੰਗਤ ਜਿਹੜੀ, ਜਿਵੇਂ ਆਪਾਂ ਹੁਣ YouTube ਤੇ ਮਾਤਾ ਜੀ ਨੇ ਕਿਰਪਾ ਕੀਤੀ ਸੀ ਕਿ ਤੁਸੀਂ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਵਿਆਖਿਆ ਕਰਿਆ ਕਰੋ। ਮਾਂ ਦੇਸਾਂ ਪਲੱਸ ਜਸਵੀਰ ਸਿੰਘ ਚੈਨਲ ਬਣਿਆ ਵਾ, ਸੰਗਤਾਂ ਸੁਣਦੀਆਂ, ਉਹ ਹੁਕਮਨਾਮਾ ਸਾਹਿਬ ਸੁਣ ਕੇ ਸੰਗਤ ਆਉਂਦੀ ਹੈ। ਫਿਰ ਉਹ ਸਿੰਘਾਂ ਦਾ ਮਨ ਹੁੰਦਾ ਕਿ ਅਸੀਂ ਇੱਥੇ ਰਾਤ ਰਹੀਏ। ਬੇਸ਼ੱਕ ਸਤਿਗੁਰਾਂ ਦੀ ਕਿਰਪਾ ਆਪਾਂ ਨੂੰ ਘਰ ਬਖਸ਼ਿਸ਼ ਕੀਤਾ ਵਾ, ਸੰਗਤ ਨੂੰ ਘਰ ਲੈ ਜਾਈਦਾ, ਪਰ ਬਹੁਤ ਲੋਕ ਸੋਚ ਕੇ ਆਉਂਦੇ ਆ ਕਿ ਬੁਰਜ ਸਾਹਿਬ ਦੇ ਨੇੜੇ ਰਹਿਣਾ ਤੇ ਬੁਰਜ ਸਾਹਿਬ 'ਚ ਰਹਿਣਾ, ਰਾਤ ਨੂੰ ਉੱਠ ਕੇ ਵੀ ਇੱਥੇ ਬਹਿਣਾ, ਹਨਾ। ਉਹਨਾਂ ਵਾਸਤੇ ਅਸੀਂ ਚਾਹ ਰਹੇ ਹਾਂ ਕਿ ਛੇਤੀ ਤੋਂ ਛੇਤੀ ਇੱਥੇ 5-4 ਕਮਰੇ ਜਲਦੀ ਬਣ ਜਾਣ, ਤਾਂ ਕਿ ਉਹ ਜਿਹੜੇ ਗੁਰਸਿੱਖ ਦੂਰ ਤੋਂ ਚੱਲ ਕੇ ਆਉਂਦੇ ਉਹ ਇੱਥੇ 10 ਦਿਨ 20 ਦਿਨ ਮਹੀਨਾ ਰਹਿ ਸਕਣ ਤੇ ਆਪਦਾ ਅਨੁਭਵ ਲੈ ਸਕਣ। ਜਿਹੜੇ ਅਨੁਭਵਾਂ ਦੀ ਅਸੀਂ ਗੱਲ ਕਰਦੇ ਹਾਂ ਹੁਕਮਨਾਮਿਆਂ 'ਚ ਜਾਂ ਜੋ ਗੁਰਬਾਣੀ 'ਚ ਦੱਸੇ ਹੋਏ ਆ ਕਿ ਕਿਵੇਂ ਨਾਦ ਸੁਣੀਦਾ, ਕਿਵੇਂ ਅੱਗੇ ਜਾਈਦਾ, ਉਹਦਾ ਖੁਦ ਇੱਥੇ ਅਸੀਂ ਅਨੁਭਵ ਕਰਾ ਸਕੀਏ, ਕਿਉਂਕਿ ਇੱਥੋਂ ਪ੍ਰੈਜੈਂਸ ਬਹੁਤ ਤਗੜੀ ਹੈ ਇੱਥੋਂ ਦੀ। ਜੇ ਕਿਸੇ ਨੂੰ ਮਾੜਾ ਜਿਹਾ ਵੀ ਪਤਾ, ਉਹਦਾ ਅਨੁਭਵ ਇੱਥੇ ਦੁੱਗਣਾ ਚੌਗਣਾ ਹੋ ਜਾਂਦਾ। ਤੇ ਇਸ ਕਰਕੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ। ਵੈਸੇ ਸਾਨੂੰ ਮਾਤਾ ਨੇ ਸ਼ੁਰੂ ਤੋਂ ਕਰਿਆ ਹੋਇਆ ਕਿ ਤੁਸੀਂ ਬੋਰੀਆਂ ਚੱਕ ਕੇ ਮੰਗਣ ਨਹੀਂ ਜਾਣਾ, ਗੁਰੂ ਘਰ ਦੇ ਨਾਂ ਤੇ ਗਰਾਹੀ ਨਹੀਂ ਕਰਨੀ ਹੈ, ਤਾਂ ਕਿ ਜਿਹੜਾ ਵੀ ਇੱਥੇ ਪੈਸਾ ਲੱਗਣਾ ਉਸ ਬੰਦੇ ਦਾ ਲੱਗੇ ਜਿਹੜਾ ਦਸਵੰਧ ਸੱਚੀ ਮਿੱਚੀ ਕੱਢਦਾ ਤੇ ਉਹਦਾ ਮਨ ਹੀ ਹੁੰਦਾ ਕਿ ਮੈਂ ਕਿਤੇ ਨਾ ਕਿਤੇ ਲਾਉਣਾ ਹੈ। ਤੇ ਜਿਹੜਾ ਕਿਸੇ ਤੋਂ ਮੰਗ ਕੇ ਲੈਣਾ, ਅਗਲੇ ਨੇ ਆਪਦੀ ਲੋੜ ਵਾਲੇ ਪੈਸਿਆਂ 'ਚੋਂ ਦੇਣਾ, ਉਹਦੇ ਨਾਲ ਤਪਸ ਵਾਲੀਆਂ ਭਾਵਨਾਵਾਂ ਆਉਂਦੀਆਂ, ਉਹਦਾ ਕਰਕੇ ਗੁਰੂ ਘਰਾਂ 'ਚ ਕਲੇਸ਼ ਪੈਂਦੇ ਆ, ਹਨਾ। ਇੱਥੇ ਕੰਮ ਬੇਸ਼ੱਕ ਹੌਲੀ ਹੋ ਰਿਹਾ ਪਰ ਹੋ ਵਧੀਆ ਰਿਹਾ। ਇੱਥੇ ਸਹਿਜ ਦੀ ਜਿਹੜੀ ਇੱਕ ਗੱਲ ਆ ਉਹ ਉਵੇਂ ਜਿਵੇਂ ਹੀ ਆ। ਤੁਸੀਂ ਇੱਥੇ 2 ਘੰਟੇ ਰਹਿ ਕੇ ਦੇਖ ਲਓ, 4 ਘੰਟੇ, ਤੁਹਾਨੂੰ ਇੱਥੇ ਸ਼ਾਂਤੀ ਤੇ ਸਕੂਨ ਤੇ ਸਹਿਜ ਹੀ ਮਹਿਸੂਸ ਹੋਊਗਾ। ਬੁਰਜ ਦੁਬਾਰਾ ਰੈਨੋਵੇਟ ਕੀਤਾ, ਮੈਂ ਪੁੱਛਣਾ ਚਾਹੂੰਗਾ, ਜਿਵੇਂ ਤੁਸੀਂ ਕਿਹਾ ਬਹੁਤ ਪੁਰਾਣਾ 400-450 ਸਾਲ ਪੁਰਾਣਾ ਬੁਰਜ ਹੈ, ਬੁਰਜ ਦੁਬਾਰਾ ਰੈਨੋਵੇਟ ਕਰਨ ਦੀ ਲੋੜ ਪਈ? ਨਹੀਂ, ਇਹਨੂੰ ਆਪਾਂ ਕਰ ਨਹੀਂ ਸਕਦੇ ਹੋਰ ਕੁਝ ਵੀ। ਆ ਜ਼ਰੂਰ ਜਿਹੜੇ ਪਿੱਲਰ ਲੱਗੇ ਆ, ਇਹ 93 ਦੇ ਵਿੱਚ ਇੱਥੇ ਬਣਿਆ ਸੀ ਗੁੰਮਜ ਦੇ ਉੱਪਰ, ਉਹਦੇ ਪਿੱਲਰ ਆ ਇਹ, ਤੇ ਤਾਂ ਦੁਬਾਰਾ ਬਣਾਇਆ ਪਿੱਲਰ। ਹਾਂਜੀ, ਉਹ ਜੋ ਗੁੰਮਜ ਬਣਾਇਆ ਕਿ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ, ਹਨਾ। ਵੈਸੇ ਇਹਨੂੰ ਹੋਰ ਕੁਝ ਨਹੀਂ ਕਰਨਾ ਪੈਂਦਾ, ਇਹਨੂੰ ਪੋਚਾ ਦੇਈਦਾ ਤੇ ਇਹਨੂੰ ਤਲੀ ਦੇਈਦੀ ਆ। ਹਾਂਜੀ, ਬਸ ਇਹੀ ਇਹਦੀ ਸੇਵਾ 2-3 ਮਹੀਨਿਆਂ ਬਾਅਦ। ਤੇ ਜਦੋਂ ਹੀ ਇਹ ਦੇਣ ਦਾ ਟਾਈਮ ਆ ਜਾਂਦਾ, ਇਹਨੂੰ ਪੋਚਾ ਤਲੀ ਸਾਨੂੰ ਮਾਤਾ ਜੀ ਦਿਖਾਈ ਦੇਣੀ ਸ਼ੁਰੂ ਕਰ ਦਿੰਦੇ ਆ ਸੁਪਨੇ 'ਚ, ਕਿ ਉਹ ਆਪ ਮਿੱਟੀ ਭਿਉਂਦੇ ਜਾਂ ਤਲੀ ਪੋਚਾ ਕਰਦੇ। ਤਾਂ ਫਿਰ ਅਸੀਂ ਆਪਸ ਵਿੱਚ ਪਰਿਵਾਰ ਵਾਲੇ ਗੱਲ ਕਰਦੇ ਹਾਂ ਕਿ ਆਪਣੇ ਉਹ ਦਿਨ ਟਾਈਮ ਨੇੜੇ ਆ ਗਿਆ, ਆਪਾਂ ਉਹ ਕਰੀਏ, ਹਨਾ। ਹੁਣ ਸੰਗਤਾਂ ਹੋਰ ਤਰ੍ਹਾਂ ਚਾਹ ਰਹੀਆਂ
ਜਿਵੇਂ ਜਿਵੇਂ ਇਹ ਸੰਗਤਾਂ ਮੀਡੀਆ 'ਚ ਪਤਾ ਲੱਗਦਾ ਵੀ ਇਹਨੂੰ ਤਲੀ ਪੋਚਾ ਲਾਇਆ ਜਾਂਦਾ, ਬਹੁਤ ਲੋਕਾਂ ਦਾ ਮਨ ਹੁੰਦਾ ਯਾਰ ਅਸੀਂ ਇਹ ਸੇਵਾ ਕਰਾਂਗੇ, ਅਸੀਂ ਵੀ ਆਪਦੇ ਹੱਥੀਂ ਸੇਵਾ ਕਰਨੀ ਆ। ਉਹ ਅਸੀਂ ਹਲੇ ਪੱਕੇ ਦਿਨ ਤਾਂ ਨਹੀਂ ਰੱਖੇ, ਸਾਨੂੰ ਫੋਨ ਕਰਕੇ ਆ ਜਾਂਦੇ ਆ 3 ਮਹੀਨਿਆਂ ਬਾਅਦ ਜਿਹੜੇ ਸੱਜਣ ਨਾਲ ਲੱਗਦੇ ਆ, ਪਰ ਆਉਣ ਵਾਲੇ ਦਿਨਾਂ 'ਚ ਅਸੀਂ ਪੱਕੀਆਂ ਡੇਟਾਂ ਲਿਖ ਕੇ ਲਾਵਾਂਗੇ 3 ਮਹੀਨਿਆਂ ਤੋਂ, ਤਾਂ ਕਿ ਜਦੋਂ ਵੀ ਕੋਈ ਕਿਤੇ ਵੀ ਬੈਠਾ ਗੁਰਪ੍ਰਾਣੀ ਇਹਦੀ ਸੇਵਾ ਆਪਦੇ ਹੱਥੀਂ ਕਰਨੀ ਚਾਹੁੰਦਾ, ਤਲੀ ਦੀ ਪੋਚੇ ਦੀ, ਉਹ ਸਾਡੇ ਨਾਲ ਆ ਕੇ ਲੱਗ ਸਕਦਾ, ਕਰਾ ਸਕਦਾ, ਕਿਉਂਕਿ ਹਰ ਬੰਦਾ ਸੁਭਾਗ ਮਹਿਸੂਸ ਕਰਦਾ ਉਹ ਚੀਜ਼ ਦਾ। ਤੇ ਉਹ ਅਸੀਂ ਡੇਟਾ ਆਉਣ ਵਾਲੇ ਸਮੇਂ 'ਚ ਆਪਦੇ ਉਹ YouTube ਚੈਨਲ ਤੇ ਪਾਵਾਂਗੇ, ਤੇ ਉਹਨੂੰ ਪੜ੍ਹ ਕੇ ਕੋਈ ਵੀ ਆ ਕੇ ਇੱਥੇ ਸੇਵਾ ਕਰਾ ਸਕਦਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ ਸਾਨੂੰ, ਦਰਸ਼ਨ ਕਰਾਏ ਗੁਰੂ ਘਰ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ। ਤਾਂ ਇਹ ਸੀਗੇ ਬਾਬਾ ਜਸਵੀਰ ਸਿੰਘ ਜੀ ਮਾਈਦੇਸਾ ਜੀ ਦੀ ਕੁੱਲ ਦੇ ਵਿੱਚੋਂ ਨੇ, ਉਹਨਾਂ ਦੀ 10ਵੀਂ ਪੀੜ੍ਹੀ ਹੈ, ਤੇ ਬੁਰਜ ਸਾਹਿਬ ਦੇ ਦਰਸ਼ਨ ਕਰਵਾਏ ਆ ਤੁਹਾਨੂੰ, ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਨੇ ਤੁਹਾਨੂੰ, ਤੇ ਇਹ ਕਹਿ ਰਹੇ ਨੇ ਤੁਸੀਂ ਵੀ ਇੱਥੇ ਆਓ ਤੇ ਗੁਰੂ ਘਰ ਦੇ ਦਰਸ਼ਨ ਕਰੋ। ਕੈਮਰਾਮੈਨ ਸੁਮਿਤ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਬਠਿੰਡਾ।